ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਰਮਨ ਸ਼ਰਮਾ ਤੇ ਅੱਜ ਰਾਈਟਿੰਗ ਟਾਸਕ ਅਸੀਂ ਬਣਾਉਣ ਚੱਲੇ ਆਂ। ਮੇਰੀ ਅੱਜ ਆਫਲਾਈਨ ਕਲਾਸ ਹੈਗੀ ਤੇ ਆਫਲਾਈਨ ਕਲਾਸ ਦੇ ਵਿੱਚ ਮੈਂ ਤੁਹਾਨੂੰ ਪੜਾਉਂਗਾ ਕਿ ਰਾਈਟਿੰਗ ਦੇ ਵਿੱਚੋਂ ਬੈਂਡ ਕਿਉਂ ਨਹੀਂ ਆਉਂਦੇ। ਸਭ ਤੋਂ ਪਹਿਲੀ ਗੱਲ, ਕਿਹੜੀਆਂ ਟਿਪਸ ਐਂਡ ਟ੍ਰਿਕਸ ਨੇ, ਕਿਵੇਂ ਪਲੈਨਿੰਗ ਕਰਨੀ ਆ। ਮਤਲਬ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਮੇਰਾ ਇੱਕ ਵੀਡੀਓ ਤੁਹਾਡੇ ਲਈ ਇੰਨਾ ਵੈਲਿਊਏਬਲ ਹੋਏਗਾ ਜਿਵੇਂ ਕਿ ਇੱਕ ਵਾਰ 15 ਕਲਾਸਾਂ ਇਕੱਠੀਆਂ ਲਾ ਲਈਆਂ ਹੁਣ, ਇੰਨੀ ਇਕੁਐਲਿਟੀ ਹੋਏਗੀ। ਤੁਸੀਂ ਯਕੀਨ ਕਰਿਓ, ਅੱਜ ਮੇਰੀ ਇੱਕ ਕਲਾਸ ਅਟੈਂਡ ਕਰਕੇ ਦੇਖ ਲਓ ਤੇ 100% ਮੈਂ ਤੁਹਾਨੂੰ ਪ੍ਰੋਮਿਸ ਕਰਦਾ ਕਿ ਇਸ ਤੋਂ ਬਾਅਦ ਕਿਸੇ ਵੀ ਸਟੂਡੈਂਟ ਨੂੰ ਆਈਐਲਸ ਰਾਈਟਿੰਗ ਟਾਸਕ ਦੇ ਵਿੱਚ ਕਦੇ ਪ੍ਰੋਬਲਮ ਨਹੀਂ ਆਊਗੀ। ਮੈਂ ਰਿਸਪੌਂਸਿਬਲ ਹਾਂ ਇਸ ਚੀਜ਼ ਦੇ ਲਈ ਤੇ ਸਭ ਤੋਂ ਬੈਸਟ ਤਰੀਕੇ ਨਾਲ ਮੈਂ ਸਟੈਪ ਬਾਈ ਸਟੈਪ ਪੜਾਉਂਗਾ ਤੇ ਇੱਕ ਵੀਡੀਓ ਤੁਹਾਡਾ ਪੇਪਰ ਕਲੀਅਰ ਕਰ ਦੇਗੀ। ਇਹ ਚੀਜ਼ ਦਾ ਮੇਰਾ ਪ੍ਰੋਮਿਸ ਹੈਗਾ। ਤੁਸੀਂ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋਗੇ, ਮੈਂ ਕਹਿੰਦਾ ਇੰਨੇ ਸਬਸਕ੍ਰਾਈਬਰ ਤੁਸੀਂ ਬਣ ਚੁੱਕੇ ਹੋ, ਐਡਾ ਵੱਡਾ ਪਰਿਵਾਰ ਹੋ ਚੁੱਕਿਆ ਹੈ ਤੇ ਮੇਰੇ ਸਿਰ ਤੇ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ ਤੇ ਮੈਂ ਵੀਡੀਓ ਨੂੰ ਬਹੁਤ ਚੰਗੇ ਤਰੀਕੇ ਨਾਲ ਬਣਾਉਂਗਾ ਤੇ ਬਹੁਤ ਸੋਹਣਾ ਪੜਾਉਂਗਾ ਤੇ ਮੈਂ ਚਾਹੂੰਗਾ ਕਿ ਆਫਲਾਈਨ ਬੱਚੇ ਵੀ ਸਿੱਖਣ ਤੇ ਨਾਲ ਜਿਹੜੇ ਮੇਰੇ ਭੈਣ ਭਰਾ ਆਨਲਾਈਨ ਮੈਨੂੰ ਦੇਖਦੇ ਹੈਗੇ ਉਹ ਵੀਡੀਓ ਨੂੰ ਦੇਖਣ ਤੇ ਇੱਕ 30-40 ਮਿੰਟ ਦੀ ਇੱਕ ਕਲਾਸ ਜੇ ਤੁਹਾਡੀ ਜ਼ਿੰਦਗੀ ਬਦਲ ਦੇ ਤਾਂ ਇਸ ਵੀਡੀਓ ਤੋਂ ਵਧੀਆ ਕੋਈ ਹੋਰ ਹੋ ਹੀ ਨਹੀਂ ਸਕਦੀ ਹੈਗੀ। ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ। ਤੁਹਾਨੂੰ ਸਕਰੀਨ ਦੇ ਉੱਤੇ ਇੱਕ ਰਮਨ ਇੰਗਲਿਸ਼ ਗੁਰੂ ਚੈਨਲ ਦਿਖ ਰਿਹਾ ਹੈਗਾ। ਇਹ ਮੇਰਾ ਆਪਦਾ ਪਰਸਨਲ ਚੈਨਲ ਹੈਗਾ ਜਿਹਦੇ ਤੇ ਮੈਂ ਕੱਲੀਆਂ ਇੰਗਲਿਸ਼ ਦੀਆਂ ਗ੍ਰਾਮਰ ਦੀਆਂ ਵੀਡੀਓਜ਼ ਪਾਉਣਾ, ਕਿਉਂਕਿ ਜੇ ਗ੍ਰਾਮਰ ਕਲੀਅਰ ਹੋਊਗੀ ਤਾਂ ਹੀ ਆਇਲਸ ਕਲੀਅਰ ਹੋਊਗਾ। ਤਾਂ ਮੈਂ ਬੇਨਤੀ ਕਰਦਾ ਕਿ ਅੱਜ ਦਾ ਵੀਡੀਓ ਦੇਖਣ ਤੋਂ ਪਹਿਲਾਂ ਰਮਨ ਇੰਗਲਿਸ਼ ਗੁਰੂ ਚੈਨਲ ਦੇ ਉੱਤੇ ਜਾਓ ਤੇ ਤੁਸੀਂ ਚੈਨਲ ਤੇ ਘੱਟੋ ਘੱਟ ਇਸ ਟਾਈਮ 15-20 ਵੀਡੀਓ ਪਈਆਂ ਨੇ ਮੇਰੀਆਂ, ਮਤਲਬ ਤੁਹਾਨੂੰ ਬਹੁਤ ਬੈਸਟ ਐਕਸਪੀਰੀਅੰਸ ਮਿਲੂਗਾ ਤੇ ਮੈਂ ਦਿਲੋਂ ਚਾਹੁੰਦਾ ਕਿ ਤੁਸੀਂ ਰਮਨ ਇੰਗਲਿਸ਼ ਗੁਰੂ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ, ਕਿਉਂਕਿ ਇੱਕ ਹਫ਼ਤੇ ਦੇ ਵਿੱਚ ਮੈਂ ਉੱਤੇ 2 ਵੀਡੀਓਜ਼ ਅਪਲੋਡ ਕਰਦਾ ਤੇ ਜਿਹੜਾ ਰਮਨ ਆਇਲਸ ਹੈ ਇੱਥੇ ਮੈਂ ਕੱਲੀਆਂ ਆਇਲਸ ਵੀਡੀਓ ਅਪਲੋਡ ਕਰਦਾ। ਸੋ ਤੁਸੀਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਅੱਜ ਦਾ ਰਾਈਟਿੰਗ ਬਾ ਕਮਾਲ ਹੋਣ ਵਾਲਾ ਹੈ ਤੇ ਤੁਹਾਡੇ ਮੂੰਹੋਂ ਵੀ ਵਾਹ ਹੋਣੀ ਚਾਹੀਦੀ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਦਾ ਲੱਗਿਆ। ਮੈਂ ਆਪਣੀ ਟੀਚਿੰਗ ਦਾ ਆਪਦਾ ਬੈਸਟ ਤੁਹਾਨੂੰ ਸਾਰਿਆਂ ਨੂੰ ਦੇਵਾਂਗਾ ਤੇ ਮੈਂ ਉਮੀਦ ਕਰੂੰਗਾ ਕਿ ਤੁਹਾਨੂੰ ਵੀਡੀਓ ਬਹੁਤ ਚੰਗਾ ਲੱਗੂਗਾ ਤੇ ਰਾਈਟਿੰਗ ਨੂੰ ਮੈਂ ਸਟੈਪ ਬਾਈ ਸਟੈਪ ਇੱਕ ਅੱਖਰ ਕਲੀਅਰ ਕਰਵਾਉਂਗਾ ਤੇ ਮੈਂ ਉਮੀਦ ਕਰੂੰਗਾ ਤੁਸੀਂ ਵੀਡੀਓ ਨੂੰ ਬਹੁਤ ਪਸੰਦ ਕਰੋਗੇ। ਸੋ ਟਾਈਮ ਨੂੰ ਵੇਸਟ ਨਹੀਂ ਕਰਦੇ, ਚਲੋ ਚੱਲਦੇ ਹਾਂ ਕਲਾਸ 'ਚ ਤੇ ਆਫਲਾਈਨ ਕਲਾਸ ਹੈਗੀ ਤੇ ਲਾਉਂਦੇ ਹਾਂ ਤੇ ਜਿਵੇਂ ਵੀ ਤੁਹਾਡਾ ਰਿਵਿਊ ਹੋਇਆ ਜ਼ਰੂਰ ਦੱਸਿਓ। ਮੈਂ ਤੁਹਾਡੇ ਕਮੈਂਟ ਨੇ ਜਿਹੜੇ ਜ਼ਰੂਰ ਪੜੂੰਗਾ। ਥੈਂਕ ਯੂ ਵੈਰੀ ਮੱਚ। ਬਣੇ ਰਹੋ ਰਮਨ ਆਇਲਸ ਤੇ ਰਮਨ ਇੰਗਲਿਸ਼ ਗੁਰੂ ਚੈਨਲ ਦੇ ਨਾਲ। ਥੈਂਕ ਯੂ ਸੋ ਮੱਚ। ਚੱਲਦੇ ਹਾਂ ਆਫਲਾਈਨ ਕਲਾਸ 'ਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਮਨ ਸ਼ਰਮਾ। ਅੱਜ ਮੇਰੀ ਆਫਲਾਈਨ ਕਲਾਸ ਦੇ ਵਿੱਚ ਅੱਜ ਅਸੀਂ ਪੜ੍ਹਨ ਲੱਗੇ ਹਾਂ ਰਾਈਟਿੰਗ ਟਾਸਕ 2। ਚਾਹੇ ਜਰਨਲ ਦੇ ਬੱਚੇ ਪੜ੍ਹਦੇ ਆ, ਚਾਹੇ ਐਕੈਡੈਮਿਕ ਦੇ ਬੱਚੇ ਪੜ੍ਹਦੇ ਆ, ਤੇ ਹਰੇਕ ਬੱਚੇ ਨੂੰ ਮੈਂ ਇਹ ਸੁਜੈਸਟ ਕਰਨਾ ਚਾਹੁੰਦਾ ਕਿ ਰਾਈਟਿੰਗ ਟਾਸਕ 2 ਦੇ ਵਿੱਚੋਂ ਜਾਂ ਟਾਸਕ 1 ਦੇ ਵਿੱਚੋਂ ਬਹੁਤ ਸਾਰੇ ਬੱਚਿਆਂ ਦਾ ਸਕੋਰ ਹੈ ਜਿਹੜਾ ਉਹ ਘੱਟ ਦੇਗਾ। ਉਹਦਾ ਸਭ ਤੋਂ ਵੱਡਾ ਕਾਰਨ ਇਹ ਆ, ਆਈਐਲਸ ਦੇ ਵਿੱਚੋਂ ਜੇ ਪਤਾ ਕੀ ਹੁੰਦਾ, 2 ਤਰੀਕੇ ਦੇ ਬੱਚੇ ਹੁੰਦੇ ਆ। ਇੱਕ ਹੁੰਦੇ ਆ ਜਿਹੜੇ 15-20 ਦਿਨ ਮਹੀਨੇ ਦੀ ਤਿਆਰੀ ਕਰਦੇ ਆ, ਪੇਪਰ ਦਿੰਦੇ ਆ ਤੇ ਜਾਂਦੇ ਆ। ਇੱਕ ਹੁੰਦੇ ਆ ਮੇਰੇ ਨਾਲ ਪੱਕੀ ਯਾਰੀ ਦੋਸਤੀ ਪਾ ਲੈਂਦੇ ਆ, 6-6 ਮਹੀਨੇ ਵਾਲੀ ਛਮਾਹੀ ਦੇਵਾਂਗੇ ਜੀ। ਹੁਣ ਇਹ ਤੁਹਾਡੇ ਹੱਥ 'ਚ ਹੈ ਵੀ ਤੁਸੀਂ 6 ਮਹੀਨੇ ਦਾ ਟਰੈਕ ਹੈ ਜਾਂ ਤੁਹਾਡਾ 1 ਮਹੀਨੇ 2 ਮਹੀਨੇ ਦਾ ਟਰੈਕ ਹੈਗਾ। ਸਾਰੇ ਸਟੂਡੈਂਟਸ ਨੂੰ ਮੈਂ ਇੰਨੀ ਗੱਲ ਦੱਸਣਾ ਚਾਹੁੰਦਾ ਕਿ ਵੈਲਿਊ ਹੈ ਜਿਹੜੀ ਉਹ ਹਾਫ ਬੈਂਡ ਦੀ ਬਹੁਤ ਵੱਡੀ ਹੈ। ਅੱਧਾ ਬੈਂਡ ਤੁਹਾਨੂੰ ਜਾਂ ਕੈਨੇਡਾ ਜਾਂ ਇੰਡੀਆ ਇੱਥੇ ਰੱਖ ਦੂਗਾ। ਮੇਰੇ ਸਾਰੇ ਬੱਚਿਓ ਇੱਕ ਗੱਲ ਦੇਖ ਲਿਓ, ਅੱਜ ਦਾ ਰਾਈਟਿੰਗ ਜੋ ਪੜ੍ਹਾਉਣ ਲੱਗਿਆ ਮੈਂ ਬਹੁਤ ਸ਼ਿੱਦਤ ਨਾਲ ਪੜ੍ਹਾਊਂਗਾ, ਆਪਦੀ ਐਨਰਜੀ ਨਾਲ ਪੜ੍ਹਾਊਂਗਾ ਤੇ ਜਿਹਨੂੰ ਕਹਿੰਦੇ ਹੁੰਦੇ ਆ ਕਿ ਰਮਨ ਸਰ ਸਟੈਪ ਬਾਏ ਸਟੈਪ ਤਾਂ ਪੜ੍ਹਾ ਦਿਓ, ਉਹ ਪੜ੍ਹਾਊਂਗਾ। ਅੱਜ ਦੀ ਕਲਾਸ ਲਾਉਣ ਤੋਂ ਬਾਅਦ ਜੇ ਇੱਕ ਵੀ ਬੱਚੇ ਨੂੰ ਪ੍ਰੋਬਲਮ ਆ ਗਈ, ਆਈ ਐਮ ਰੀਅਲੀ ਰਿਸਪੌਂਸਿਬਲ ਫॉर दैट। ਟੀਚਿੰਗ ਦਾ ਮਤਲਬ ਇਹ ਹੁੰਦਾ ਕਿ ਦੂਜੇ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਗੱਲ ਨੂੰ ਘੋਲ ਕੇ ਪਾਉਣਾ ਤੇ ਉਹ ਘੋਲ ਕੇ ਹੀ ਪਾ ਦੂੰਗਾ। ਤੇ ਇੱਕ ਗੱਲ ਦਿਮਾਗ 'ਚ ਰੱਖਿਓ ਕਿ ਕੋਈ ਵੀ ਸਟੂਡੈਂਟ ਜਦੋਂ ਰਾਈਟਿੰਗ ਟਾਸਕ ਪੇਪਰ ਦੇ ਵਿੱਚ ਆਊਗਾ, ਆਊਟ ਆਫ ਟੌਪਿਕ ਕਿਸੇ ਬੱਚੇ ਨੂੰ ਨਹੀਂ ਆਉਂਦਾ। ਤੇ ਇੱਕ ਗੱਲ ਹੋਰ ਦਿਮਾਗ 'ਚ ਰੱਖਿਓ, ਮੈਂ ਜਿੰਨੇ ਬੱਚਿਆਂ ਨੂੰ ਪੜ੍ਹਾਉਣਾ ਪੇਪਰ ਦੇ ਵਿੱਚ ਸਾਰੇ ਬੱਚੇ ਆਪੋ ਆਪਣਾ ਲਿਖ ਕੇ ਆਉਣਗੇ। ਹਰੇਕ ਦਾ ਰਾਈਟਿੰਗ ਲਿਖਣ ਦਾ ਤਰੀਕਾ ਆਪੋ ਆਪਣਾ ਹੈ, ਹਰੇਕ ਦਾ ਰਾਈਟਿੰਗ ਦਾ ਸਟਾਈਲ ਆਪੋ ਆਪਣਾ ਹੈ ਤੇ ਗਲਤ ਰਾਈਟਿੰਗ ਦੇ ਵਿੱਚ ਇੱਕ ਵੀ ਸਟੂਡੈਂਟ ਨਹੀਂ ਹੁੰਦਾ। ਤੁਸੀਂ ਸਭ ਤੋਂ ਵਧੀਆ ਚੀਜ਼ ਤੁਹਾਨੂੰ ਮੈਂ ਦਿਖਾਉਣਾ, ਆਪਾਂ ਸਟੇਟਮੈਂਟ ਨੂੰ ਨਿਗਾਹ ਮਾਰਦੇ ਹਾਂ। ਜੇ ਸਟੇਟਮੈਂਟ ਦੀ ਗੱਲ ਕਰੀਏ ਤਾਂ ਇੱਥੇ ਆ ਗਏ ਆਪਾਂ। ਸਟੇਟਮੈਂਟ ਟਾਕ ਕਰਦੀ ਹੈ, ਕਹਿੰਦਾ ਸਮ ਯੂਨੀਵਰਸਿਟੀਜ਼ ਆਰ ਨਾਓ ਆਫਰ देयर ਕੋਰਸਿਜ਼ ਔਨ ਦਾ ਇੰਟਰਨੈਟ ਸੋ ਦੈਟ ਪੀਪਲ ਕੈਨ ਸਟੱਡੀ ਆਨਲਾਈਨ। ਇੱਕ ਗੱਲ ਦਿਮਾਗ 'ਚ ਰੱਖਿਓ, ਕਹਿੰਦਾ ਦੇਖੋ ਰਾਈਟਿੰਗ ਟਾਸਕ 2 ਹੈ ਜਿਹੜਾ, ਇਹਦੇ 6 ਬੈਂਡ ਹੁੰਦੇ ਆ, ਟੋਟਲ 6 ਬੈਂਡ। ਇਹਨੂੰ ਲਿਖਣ ਦੇ ਲਈ ਲਗਭਗ 40 ਮਿੰਟ ਆਪਾਂ ਨੂੰ ਦਿੰਦੇ ਆ। ਚਾਹੇ YouTube ਚੈਨਲ ਹੋਵੇ,
ਚਾਹੇ ਮੇਰਾ ਬਿਜ਼ਨਸ ਹੋਵੇ, ਉਹਦੇ 'ਚ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਮੈਂ ਪਤਾ ਕੀ ਕਰਦਾ, ਪਲੈਨਿੰਗ। ਤੇ ਰਾਈਟਿੰਗ ਹੈ ਨਾ ਜਿਹੜੀ, ਇਹ 'ਚ ਵੀ ਕੀ ਚਾਹੀਦੀ ਹੈ, ਪਲੈਨਿੰਗ। ਜੇ ਪਲੈਨਿੰਗ ਨਹੀਂ ਹੋਗੀ, ਕਿਉਂਕਿ ਬਹੁਤ ਸਾਰੇ ਬੱਚੇ ਮੈਂ ਕਿਵੇਂ ਦੇ ਦੇਖਦਾ ਹੁੰਨਾ ਕਿ ਉਹ ਰਾਈਟਿੰਗ ਨਾ ਸਿੱਧੀ ਸ਼ੁਰੂ ਕਰ ਦਿੰਦੇ ਆ, ਬਹੁਤ ਪ੍ਰੈਸ਼ਰ ਹੁੰਦਾ ਵੀ ਛੇਤੀ ਛੇਤੀ ਲਿਖਣਾ ਸ਼ੁਰੂ ਕਰੋ, ਅਚਾਨਕ ਜਾ ਕੇ ਬੋਡੀ 1 ਲਿਖ ਲੈਂਦੇ ਆ, ਬਾਅਦ 'ਚ ਉਹਨਾਂ ਨੂੰ ਲੱਗਦਾ ਵੀ ਇਸ ਤੋਂ ਵਧੀਆ ਵੀ ਪੁਆਇੰਟ ਹੈਗਾ ਸੀਗਾ, ਉਹ ਪਤਾ ਕੀ ਕਰਦੇ ਆ, ਉਹਨੂੰ ਇਰੇਜ਼ ਕਰਨਾ ਸ਼ੁਰੂ ਕਰ ਦਿੰਦੇ ਆ। ਟਾਈਮ ਵੇਸਟ, ਸ਼ੀਟ ਖਰਾਬ, ਮਾਈਂਡ ਖਰਾਬ, ਤਾਂ ਹੀ ਤਾਂ ਬੈਂਡ ਨਹੀਂ ਆਉਂਦੇ। ਤਾਂ ਸਭ ਤੋਂ ਚੰਗੀ ਗੱਲ ਇਹ ਹੈ ਕਿ ਜੇ ਆਪਣੇ ਕੋਲੇ 40 ਮਿੰਟ ਲਿਖਣ ਦੇ ਲਈ ਹੈਗੇ ਆ, ਤਾਂ ਮੈਂ ਚਾਹੂੰਗਾ ਕਿ 5 ਮਿੰਟ ਉਹ ਚੋਂ ਕੱਢ ਦਿਓ, ਲਿਖਣ ਦੇ ਲਈ 35 ਮਿੰਟ ਰੱਖੋ। ਤੇ ਅੱਜ ਦਾ ਰਾਈਟਿੰਗ ਮੈਂ ਤੁਹਾਨੂੰ ਜਿਵੇਂ ਸਟੈਪ ਬਾਈ ਸਟੈਪ ਪੜਾਉਂਗਾ, ਇਸ ਤੋਂ ਬਾਅਦ 'ਚ ਡਾਇਰੈਕਟ ਪੇਪਰ ਦੇ ਆਈਓ, ਜੇ ਕੋਈ ਫੇਲ ਹੋ ਗਿਆ ਮੈਨੂੰ ਜਵਾਬ ਦੇ ਮੰਨਿਓ। ਬਸ ਇਹ ਗੱਲ ਦੇਖਿਓ ਕਿ ਟੀਚਿੰਗ ਦਾ ਮਤਲਬ ਕੀ ਹੁੰਦਾ ਹੈ, ਮੈਂ ਤੁਹਾਨੂੰ ਇੱਕ ਇੱਕ ਅੱਖਰ ਸਮਝਾਉਂਗਾ। ਜਿਹੜਾ ਬੱਚਾ ਇਹ ਕਹਿੰਦਾ ਸਰ ਰਾਈਟਿੰਗ ਦਾ ਤਾਂ ਮੈਨੂੰ ਪੱਲੇ ਕੁਛ ਨਹੀਂ ਪੈਂਦਾ, ਇਸ ਸਟਰਕਚਰ ਨਾਲ ਫੋਲੋ ਕਰਕੇ ਆਈਓ, ਜੇ ਬੈਂਡ ਨਹੀਂ ਆਏ ਮੈਂ ਜਵਾਬ ਦੇਵਾਂਗਾ ਤੁਹਾਨੂੰ, ਚਾਹੇ ਕੋਈ ਵੀ ਬੱਚਾ ਹੈਗਾ। ਤਾਂ ਸਭ ਤੋਂ ਚੰਗੀ ਗੱਲ ਇੱਕ ਦਿਮਾਗ 'ਚ ਰੱਖਿਓ, ਕੋਈ ਵੀ ਟੌਪਿਕ ਸ਼ੁਰੂ ਕਰਨਾ ਹੈ, ਰਾਈਟਿੰਗ ਟਾਸਕ 2 ਕਿਸੇ ਵੀ ਬੱਚੇ ਨੇ ਸ਼ੁਰੂ ਕਰਨਾ ਹੈ, 2 ਚੀਜ਼ਾਂ ਹੁੰਦੀਆਂ ਨੇ ਇੰਟਰੋਡਕਸ਼ਨ ਦੇ ਵਿੱਚ, ਕੀ ਰੀਫਰੇਜ਼ ਅਤੇ ਥੀਸਿਸ। ਰੀਫਰੇਜ਼ ਤੇ ਥੀਸਿਸ ਦਾ ਮਤਲਬ ਪਤਾ ਕੀ ਹੈਗਾ, ਲੁੱਕ ਐਟ, ਆਪਣੇ ਕੋਲੇ ਬੱਚੇ ਇੱਕ ਤਾਂ ਇਹ ਆ ਜਿਹੜਾ ਮੈਂ ਬਾਕਸ ਮਾਰਿਆਗਾ, ਇੱਕ ਤਾਂ ਬਾਕਸ ਇਹ ਹੈ, ਤੇ ਦੂਜਾ ਬੱਚੇ ਆਪਾਂ ਇੱਥੇ ਟਰੈਕ ਦੇਖ ਸਕਦੇ ਆ, ਉਹ ਇੱਥੇ ਆ ਹੈ। ਮਤਲਬ ਕੀ ਹੈ ਕਿ ਉੱਪਰਲਾ ਤਾਂ ਆਪਣੇ ਕੋਲੇ ਰੀਫਰੇਜ਼ ਹੈ, ਸਮ ਪੀਪਲ ਥਿੰਕ ਦੈਟ। ਆਪਣੇ ਕੋਲੇ ਰੀਫਰੇਜ਼ ਕਰਨ ਦੇ ਲਈ ਵੀ 2 ਤਰ੍ਹਾਂ ਦੇ ਬੱਚੇ ਹੁੰਦੇ ਨੇ, 2 ਤਰੀਕੇ ਦੇ ਬੱਚੇ। ਇੱਕ ਤਾਂ ਉਹ ਹੁੰਦੇ ਆ ਸਰ ਸਾਨੂੰ ਰੀਫਰੇਜ਼ ਕਰਨਾ ਨਹੀਂ ਆਂਦਾ, ਰੀਫਰੇਜ਼ ਨਹੀਂ ਕਰਨਾ ਆਂਦਾ। ਇਹ ਹੁੰਦਾ ਕੀ ਹੈ, ਸਭ ਤੋਂ ਚੰਗੀ ਗੱਲ ਹੈ ਪਲੈਨਿੰਗ। ਤੇ ਪਲੈਨਿੰਗ ਦਿਮਾਗ 'ਚ ਇਹ ਰੱਖੋ, ਆਪਣੇ ਕੋਲ ਟੌਪਿਕ ਕੀ ਹੈਗਾ, ਪੋਜ਼ਿਟਿਵ ਔਰ ਨੈਗੇਟਿਵ। ਜਦੋਂ ਆਪਣੇ ਘਰੇ ਰਿਸ਼ਤੇਦਾਰ ਆਉਂਦੇ ਆਪਾਂ ਉਹਨੂੰ ਕੀ ਪੁੱਛਦੇ ਆ ਵੀ ਟੀ ਔਰ ਕਾਫੀ ਲੈ ਕੇ ਆਉਣ ਨੂੰ, ਤਾਂ ਆਪਾਂ ਦੋਨੇ ਵੀ ਲੈ ਕੇ ਆ ਸਕਦੇ ਆ, ਪਰ ਆਪਾਂ ਔਰ ਪੁੱਛਦੇ ਆ ਚਾਹ ਲਾਉਂਗੇ ਕਿ ਠੰਡਾ। ਅਗਲਾ ਪੁੱਛਦਾ ਵੀ ਤੁਹਾਡੇ ਘਰ ਇੱਕੋ ਗਲਾਸ ਹੈ। ਮਤਲਬ ਕੀ ਹੈ, ਜਦੋਂ ਔਰ ਦਾ ਮਤਲਬ ਹੈ ਤਾਂ ਦੋਨਾਂ ਦੇ ਵਿੱਚੋਂ ਕੀ ਮਿਲੂਗਾ, ਇੱਕ ਮਿਲੂਗਾ। ਜਾਂ ਪੋਜ਼ਿਟਿਵ ਲਿਖੋ ਸਾਰਾ ਜਾਂ ਨੈਗੇਟਿਵ ਲਿਖੋ ਸਾਰਾ, ਇਹ ਤੁਹਾਡੇ ਤੇ ਡਿਪੈਂਡ ਕਰੂਗਾ। ਤੇ ਇਸ ਚੀਜ਼ ਦਾ ਬੈਂਡ ਸਕੋਰ ਨਾਲ ਕੋਈ ਮਤਲਬ ਨਹੀਂ ਹੈਗਾ। ਤੇ ਸਭ ਤੋਂ ਚੰਗੀ ਗੱਲ ਕੀ ਹੈ, ਜੇ ਪਲੈਨਿੰਗ, ਮੈਂ ਪੇਪਰ ਸ਼ੁਰੂ ਕਰਨ ਤੋਂ ਪਹਿਲਾਂ ਪਤਾ ਕੀ ਕਰੂੰਗਾ, ਜੇ ਮੈਂ ਆਪ ਐਗਜ਼ਾਮ ਦੇਣਾ ਹੋਵੇ ਮਾਈ ਡੀਅਰ ਸਟੂਡੈਂਟ, ਮੈਂ ਪਤਾ ਕੀ ਸੋਚੂੰਗਾ, ਮੈਂ ਪਲੈਨਿੰਗ ਕਿਸ ਤਰੀਕੇ ਨਾਲ ਕਰੂੰਗਾ। ਲਾਈਕ ਮੈਂ ਸਭ ਤੋਂ ਪਹਿਲਾਂ ਸੋਚੂੰਗਾ ਵੀ ਯਾਰ ਮੈਨੇ ਲਿਖਣੀ ਆ ਇੰਟਰੋਡਕਸ਼ਨ, ਇਹਦਾ ਸਾਰੇ ਬੱਚਿਆਂ ਨੂੰ ਪਤਾ ਹੋਊਗਾ ਕਿ ਬਿਨਾ ਇੰਟਰੋਡਕਸ਼ਨ ਦੇ ਟੌਪਿਕ ਨਹੀਂ ਹੈਗਾ। ਤੇ ਐਗਜ਼ਾਮੀਨਰ ਇੰਟਰੋਡਕਸ਼ਨ ਪੜ੍ਹਦੇ ਸਾਰੇ ਸਮਝ ਜਾਂਦਾ ਹੁੰਦਾ ਹੈ ਕਿ ਬੱਚੇ ਦਾ ਲੈਵਲ ਕਿੰਨਾ ਕੁ ਹੈ, ਇਹ ਬਹੁਤ ਕਲੀਅਰ ਹੈ। ਤੇ ਇੰਟਰੋਡਕਸ਼ਨ ਦੇ ਵਿੱਚ ਕੋਈ ਵੀ ਚੀਜ਼ ਨੂੰ ਐਡ ਨਹੀਂ ਕਰਨਾ। ਇੰਟਰੋਡਕਸ਼ਨ 2 ਚੀਜ਼ਾਂ ਨਾਲ ਬਣਦੀ ਹੁੰਦੀ ਹੈ, ਨੰਬਰ 1 ਰੀਫਰੇਜ਼, ਫਰੇਜ਼ ਪਲੱਸ ਦੂਜੀ ਚੀਜ਼ ਹੁੰਦੀ ਹੈ ਪੁੱਤ ਥੀਸਿਸ ਲਾਈਨ। ਇਹਦਾ ਮਤਲਬ ਪਤਾ ਕੀ ਹੈ, ਰੀਫਰੇਜ਼ ਕੀ ਹੈ, ਜਿਹੜਾ ਦਿੱਤਾ ਹੋਇਆ ਸਮ ਪੀਪਲ ਥਿੰਕ ਆਨਲਾਈਨ ਕੋਰਸਿਸ, ਉਹ ਚੀਜ਼ਾਂ ਜਿਹਦਾ ਸਿਨੋਨਿਮ ਆਉਂਦਾ ਹੈ ਉਹਨੂੰ ਸਿਨੋਨਿਮ ਦੇ ਨਾਲ ਲਿਖ ਦਿਓ। ਤੇ ਥੀਸਿਸ ਦੇ ਵਿੱਚ ਐਗਜ਼ਾਮੀਨਰ ਇਹ ਕਹਿੰਦਾ ਹੈ ਕਿ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ, ਇਹ ਦੱਸ ਦੇ ਬਸ। ਤੇ ਇਹ ਚੀਜ਼ ਨੂੰ ਕਰਨ ਦਾ ਹਾਫ ਬੈਂਡ ਮਿਲਦਾ ਹੈ, ਅੱਧਾ ਬੈਂਡ। ਮੇਰੇ 'ਚ ਜਿੰਨੀ એનર્ਜੀ ਹੈ ਮੈਂ ਸਾਰੀ ਬੈਸਟ ਦੇ ਰਿਹਾ ਤੁਹਾਨੂੰ, ਇਹ ਸੋਚ ਕੇ ਕਿ ਕੰਪਲੀਟ ਟਾਸਕ ਤੁਹਾਡੇ ਦਿਮਾਗ 'ਚ ਬਿਠਾ ਦਾਂ ਤੇ ਅੱਜ ਤੋਂ ਬਾਅਦ ਇੱਕ ਵੀ ਬੱਚਾ ਰਾਈਟਿੰਗ 'ਚੋਂ ਫੇਲ ਹੋਣ ਬਾਰੇ ਤਾਂ ਸੋਚ ਵੀ ਨਾ ਲਵੇ। ਤੇ ਸਭ ਤੋਂ ਚੰਗੀ ਗੱਲ ਕੀ ਹੋ ਗਿਆ, ਜਦੋਂ ਇੰਟਰੋਡਕਸ਼ਨ ਹੋ ਗਿਆ ਉਸ ਤੋਂ ਬਾਅਦ ਆਏਗੀ ਬਾਰੀ ਬੋਡੀ 1, ਫਿਰ ਦੂਜੀ ਵਾਰੀ ਆਏਗੀ ਬੋਡੀ 2 ਤੇ ਲਾਸਟ ਤੇ ਵਾਰੀ ਆਏਗੀ ਕਨਕਲੂਜਨ। ਹੁਣ ਇੱਕ ਗੱਲ ਦਿਮਾਗ 'ਚ ਰੱਖਿਓ, ਜਿਹੜਾ ਬੋਡੀ 1 ਹੈ ਤੇ ਬੋਡੀ 2 ਹੈ, ਮਤਲਬ 2 ਪੈਰਾਗ੍ਰਾਫ ਨੇ, ਜਾਂ ਤਾਂ ਦੋਨੇ ਪੈਰਾਗ੍ਰਾਫ ਪੋਜ਼ਿਟਿਵ ਦੇ ਬਣਨਗੇ ਜਾਂ ਦੋਨੇ ਪੈਰਾਗ੍ਰਾਫ ਨੈਗੇਟਿਵ ਦੇ ਬਣਨਗੇ। ਜਿਹੜੇ ਮਰਜ਼ੀ ਬਣਨ, ਹਰੇਕ ਬੱਚੇ ਦੇ ਮਾਈਂਡ ਦੇ ਵਿੱਚ ਇੰਨੀ ਕੁ ਗੱਲ ਹੋਵੇ ਕਿ ਰਮਨ ਸਰ ਆਪਣੇ ਕੋਲੇ ਚਾਹੀਦੇ ਨੇ 4 ਪੁਆਇੰਟਸ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਕੋਈ ਵੀ ਬੱਚਾ, ਕੋਈ ਵੀ ਸਟੂਡੈਂਟ ਮੇਰੇ ਕੋਲੇ ਪੜ੍ਹਦਾ ਹੈ, ਆਨਲਾਈਨ ਪੜ੍ਹਦਾ ਹੈ, ਆਫਲਾਈਨ ਪੜ੍ਹਦਾ ਹੈ, ਕੁਝ ਵੀ ਦੇਖਦਾ ਹੈ, ਉਹਨੂੰ ਇਹ ਪਤਾ ਹੋਵੇ ਕਿ ਰਾਈਟਿੰਗ ਟਾਸਕ ਜਿਹੜਾ ਮਰਜ਼ੀ, ਅੱਜ ਦਾ ਪੋਜ਼ਿਟਿਵ ਨੈਗੇਟਿਵ ਹੈ, ਭਾਵੇਂ ਐਡਵਾਂਟੇਜ ਡਿਸਐਡਵਾਂਟੇਜ ਹੁੰਦਾ, ਭਾਵੇਂ ਅਗਰੀ ਡਿਸਅਗਰੀ ਹੁੰਦਾ, ਭਾਵੇਂ ਬੋਥ ਵੀ ਹੁੰਦਾ, ਜਿਹੜਾ ਮਰਜ਼ੀ ਹੁੰਦਾ, ਇਹ 4 ਪੁਆਇੰਟ ਬੋਡੀ 1 ਦੇ ਹੁੰਦੇ ਨੇ ਤੇ 4 ਪੁਆਇੰਟ ਬੋਡੀ 2 ਦੇ ਹੁੰਦੇ ਨੇ। ਕਰਕੇ ਦੇਖਦੇ ਆ, ਇੱਕ ਇੱਕ ਸਟੈਪ ਨੂੰ ਕਲੀਅਰ ਕਰਾਂਗੇ।
ਤੇ ਉਸ ਤੋਂ ਬਾਅਦ ਕਿਸੇ ਵੀ ਬੱਚੇ ਨੂੰ ਡਾਊਟ ਹੋਊਗਾ ਆਪਦਾ ਹੱਥ ਖੜਾ ਕਰਿਓ। ਪਰ ਮੇਰੀ ਬੇਨਤੀ ਹੈ ਕਿ ਅੱਜ ਤੋਂ ਬਾਅਦ ਰਾਈਟਿੰਗ ਚੋਂ ਕਦੇ ਇਹ ਨਾ ਸੋਚ ਲਿਓ ਵੀ ਸਾਨੂੰ ਫੇਲ ਹੋ ਜਾਣਗੇ। ਦੇਖੋ ਆਪਾਂ ਕੀ ਕਰਾਂਗੇ, ਰੀਫਰੇਜ਼ ਤੇ ਥੀਸਿਸ। ਆਪਣੇ ਕੋਲੇ ਸਭ ਤੋਂ ਚੰਗੀ ਚੀਜ਼ ਕੀ ਹੈ, ਮੇਰੇ ਕੋਲੇ ਬੱਚੇ ਸਭ ਤੋਂ ਪਹਿਲਾਂ ਇੱਕ ਸਟੇਟਮੈਂਟ ਆਏਗੀ ਲਾਈਕ ਹੇਅਰ, ਆਪਣੇ ਕੋਲੇ ਆ ਰਹੀ ਇਹ ਆ ਲਓ, ਆਪਾਂ ਯੈਲੋ ਕਲਰ ਚ ਕਰ ਦਾਂਗੇ ਇਹਨੂੰ। ਲਓ ਜੀ, some universities now offer their courses on the internet so that people can study online। मैं पता की शुरू किया, it is true that कोई भी राइटिंग टास्क शुरू करने ना इनू शुरू कर सकते हो, it is true that तो लिख सकते हो, या it is believed that लिख सकते हो, it is considered that लिख सकते हो। हर एक बच्चा आपो अपनी मर्जी नाल, भावें कोई लिख दे it is true that, कोई लिख सकता है it is believed that, कोई लिख सकता है इट इज कंसीडर्ड दैट। गलत एक भी बच्चा नहीं हैगा। हुण ये तो है नहीं ना भी इक्को बच्चा तीन चीज़ां दा लिख नहीं सकता, लिखना तो आपां नूं इक्को पऊगा। मैं क्या, इट इज ट्रू दैट ऑनलाइन कोर्सेज आर बिकमिंग अ कॉमन फीचर ऑफ यूनिवर्सिटी एजुकेशन, ऑल्दो there are some drawbacks of the internet based learning, still I believe that this is a positive development due to flexible timing and money saving। ਆਪਾਂ ਨੇ ਕੀ ਕੀਤਾ, ਰੀਫਰੇਜ਼ ਤੇ ਥੀਸਿਸ ਨੂੰ ਦੋ ਚੀਜ਼ਾਂ ਨੂੰ ਇੱਥੇ ਦੇਖਿਆ, ਜਿਵੇਂ ਕਿ ਇਹ ਆਪਾਂ ਜਿਹਨੂੰ ਬਲੈਕ ਨਾਲ ਕਰਦੇ ਆ, ਇਹਨੇ ਕਿਹਾ ਲਰਨਿੰਗ ਇੱਥੇ ਤੱਕ, ਇਹ ਰੀਫਰੇਜ਼ ਹੈ ਲਰਨਿੰਗ तक। ਰੀਫਰੇਜ਼ ਦਾ ਮਤਲਬ ਪਤਾ ਕੀ ਹੈ, ਜੋ ਆਪਾਂ ਨੂੰ ਆ ਦਿੱਤਾ ਹੋਇਆ ਮੈਨੇ ਉਸ ਚੀਜ਼ ਨੂੰ ਇਹੀ ਲਿਖਿਆ ਵੀ ਕਾਮਨ ਫੀਚਰ ਬਣ ਗਿਆ ਆਨਲਾਈਨ ਕਲਾਸ ਅੱਜ ਕੱਲ। ਹੁਣ ਜੇ ਕਿਸੇ ਬੱਚੇ ਨੂੰ ਲੱਗਦਾ ਵੀ ਰਮਨ ਸਰ ਸਾਡੇ ਤੋਂ ਨਹੀਂ ਐਵੇਂ ਹੁੰਦਾ, ਅਸੀਂ ਨਹੀਂ ਕਰ ਸਕਦੇ ਇੰਨਾ ਟਫ, ਤੁਸੀਂ ਹੋਰ ਤਰੀਕਾ ਸਮਝਾਓ ਕੋਈ ਜਿਹੜਾ ਹਰੇਕ ਬੱਚਾ ਕਰ ਸਕਦਾ ਹੈ। ਉਹ ਪਤਾ ਕੀ ਕਰੂਗਾ, ਇਸ ਇੰਟਰੋਡਕਸ਼ਨ ਨੂੰ ਜੇ ਕਿਸੇ ਨੂੰ ਬੱਚੇ ਨੂੰ ਲੱਗਦਾ ਹੈ ਵੀ ਨਹੀਂ ਸਰ ਇਹ ਤਾਂ ਸਾਨੂੰ ਨਾ ਇਹ ਇੱਥੇ ਤੱਕ ਆਪਣਾ ਇੱਕ ਸੈਕਿੰਡ ਇਹ ਹਾਂਜੀ ਵੀ ਰਮਨ ਸਰ ਇਹਨੂੰ ਕਰੋ ਰੀਫਰੇਜ਼, ਸਾਨੂੰ ਆਲਾ ना समझाओ, ये और तक सानू तां होर तरीके नाल समझाओ। फिर मैं पता की करूँगा, एक एक शब्द नूं उपरों थल्ले उतारना शुरू करूँगा। वो रीफरेज दा उदों यूज करना है, दो चीज़ां सुन लो मेरियां, जे तां तुसीं पूरी लाइन नूं पढ़ के उहनूं ट्रांसलेट रीफरेज कर सकते हो, सब तो चंगा तरीका है। जे तुहानूं उवें नहीं आउंदा हैगा तां तुसीं की करना हैगा, रीफरेज दा सब तो डिफरेंट तरीका की हैगा, लाइक सम, सम दा सिनोनिम फ्यू, सम दा सिनोनिम हो गया फ्यू, मैंने लिख लिया फ्यू। आप वो तो लिखांगे इट इज ट्रू दैट फ्यू यूनिवर्सिटीज, सॉरी कॉलेजेस, कोई कॉलेजेस कह सकता है, हायर एडुकेशन प्लेसिस, जा आप इन्हों लिख सकते होंगे होर यूनिवर्सिटी का सिनोनिम की लिखांगे, सॉरी इंस्टीट्यूशन, इंस्टीट्यूशन हायर, हायर क्लास भी लिख सकते हैं। मतलब जेड़ा तुहानूं सिनोनिम आउंदा है। ते एक गल होर सुन लो, जे तुहानूं लग्या भी रमन सर सानूं यूनिवर्सिटी का सिनोनिम नहीं आउंदा तां उहनूं डायरैक्ट यूनिवर्सिटी भी लिख सकते हो। पर जे मैं होऊंगा मैं सम दा लिखूंगा फ्यू, यूनिवर्सिटी का लिखूंगा इंस्टीट्यूट लिख दूंगा, या हायर क्लास लिख दूंगा, ठीक है, एडुकेशन सेंटर लिख दूंगा। नाउ ऑफर देयर कोर्सेज, नाउ गिविंग, नाउ गिविंग देयर कोर्सेज, कोर्सेज नु कोर्सेज लिख दूंगा। ऑन द इंटरनेट, ऑन द इंटरनेट का शरेआम अपन होर कुछ आउंदा नहीं सिनोनिम, ऑन द इंटरनेट, सो दैट पीपल कैन स्टडी ऑनलाइन, इंडिविजुअल कैन स्टडी एट होम, इंडिविजुअल कैन स्टडी एट होम। जिहदा जिहदा सिनोनिम आऊगा ओदा ओदा लिख लियो, जिहदा नहीं आऊगा ओदा रहन दियो। ते दूजी गल की हुंदी है थीसिस, थीसिस आपां नूं की कहंदी है, चाहे आपां पॉजिटिव लिखना है चाहे नैगेटिव लिखना है, अपनी मर्जी है। मैं इहदा थीसिस पता की लिखिया, मैं क्या, आई बिलीव दैट दिस इज अ पॉजिटिव डेवलपमेंट। थीसिस दा मतलब यह हुंदा है कि एग्जामिनर नूं यह पता लग जू कि बंदा किहड़ी साइड जा रहा है। मैं क्या जी मैनू लगता है ये पॉजिटिव है। हुण अगे मैं ड्यू टू लिखिया, तुहानूं पता है ड्यू टू क्यों लिखिया, मैं लिखिया फ्लैक्सीबल टाइमिंग, पहली चीज तो लिखती मैंने फ्लैक्सीबल टाइमिंग एंड मनी सेविंग। ये दो पॉइंट मैंने थीसिस दे विच दसते
ਇਹਦਾ ਮਤਲਬ ਇਹ ਹੋ ਗਿਆ ਕਿ ਬੋਡੀ ਪੈਰਾਗ੍ਰਾਫ 1 ਦੇ ਵਿੱਚ ਮੈਂ ਗੱਲ ਕਰੂੰਗਾ ਫਲੈਕਸੀਬਲ ਟਾਈਮਿੰਗ ਦੀ, ਬੋਡੀ 2 ਦੇ ਵਿੱਚ ਗੱਲ ਕਰੂੰਗਾ ਮੈਂ ਮਨੀ ਸੇਵਿੰਗ ਦੀ। ਹੁਣ ਤੁਸੀਂ ਆਪ ਸਿਆਣੇ ਹੋ, ਜਦੋਂ ਆਨਲਾਈਨ ਕਲਾਸ ਹੈ, ਆਨਲਾਈਨ ਕਲਾਸ ਕੋਈ ਬੱਚਾ ਪੜੂਗਾ, ਉਹਦੇ ਲਈ ਫਲੈਕਸੀਬਲ ਟਾਈਮਿੰਗ ਹੈ, ਉਹਨੂੰ ਰਿਕਾਰਡਡ ਲੈਕਚਰ ਮਿਲ ਗਿਆ, ਉਹ ਜਦੋਂ ਵੀ ਫਰੀ ਹੋਊਗਾ ਉਦੋਂ ਦੇਖ ਲੂਗਾ। ਉਰੇ ਆਫਲਾਈਨ ਕਲਾਸ 'ਚ ਬੈਠੇ ਹੋ, ਤੁਹਾਨੂੰ ਉਰੇ ਆਉਣਾ ਪੈ ਰਿਹਾ, ਤੁਹਾਨੂੰ ਉਰੇ ਆਪਦਾ ਟਾਈਮ ਦੇਣਾ ਪੈ ਰਿਹਾ, ਇਹਦੇ ਨਾਲ ਨਾਲ ਤੁਸੀਂ ਪਾਰਟ ਟਾਈਮ ਜੌਬ ਨਹੀਂ ਕਰ ਸਕਦੇ। ਆਨਲਾਈਨ ਕਲਾਸ ਲੱਗੂਗੀ, ਕਿਸੇ ਵੀ ਟਾਈਮ ਪੜੋ, ਕਿਸੇ ਵੀ ਟਾਈਮ ਕੰਮ ਕਰੋ, ਫਲੈਕਸੀਬਲ ਟਾਈਮਿੰਗ ਹੈ, ਆਪਦੇ ਪਰਿਵਾਰ ਨਾਲ ਟਾਈਮ ਸਪੈਂਡ ਕਰੋ। ਤੇ ਦੂਜੀ ਗੱਲ ਮਨੀ ਸੇਵਿੰਗ, ਮਨੀ ਸੇਵਿੰਗ ਕਿਵੇਂ ਹੋ ਸਕਦਾ ਹੈ? ਆਉਣ ਜਾਣ ਦਾ ਖਰਚਾ, ਪੀਜੀ ਦਾ ਖਰਚਾ, ਸਿੱਧੀ ਜੀ ਗੱਲ ਹੈ। ਇੱਕ ਗੱਲ ਹੋਰ ਹੁੰਦੀ ਹੈ, ਹੁਣ ਮੇਰੇ ਉਰੇ ਏਸੀ ਵੀ ਚੱਲ ਰਿਹਾ, ਪ੍ਰੋਜੈਕਟਰ ਵੀ ਚੱਲ ਰਿਹਾ, ਮੇਰੇ ਖਰਚੇ ਨੇ, ਮੇਰਾ ਸਟਾਫ ਬੈਠਾ ਹੈ, ਸਾਰੇ ਖਰਚੇ ਕਿੱਥੋਂ ਕੱਢੂੰਗਾ? ਤੁਸੀਂ ਦਿਓਗੇ ਮੈਨੂੰ ਪੈਸੇ। ਆਫਲਾਈਨ ਕੋਰਸ ਕੋਈ ਵੀ ਹੁੰਦਾ ਹੈ ਉਹ ਮਹਿੰਗਾ ਹੁੰਦਾ ਹੈ, ਤੇ ਆਨਲਾਈਨ ਕੋਰਸ 'ਚ ਸਾਰੇ ਖਰਚੇ ਨਹੀਂ, ਇਸ ਕਰਕੇ ਉਹ ਸਸਤਾ ਵੀ ਹੁੰਦਾ ਹੈ। ਇਹ ਵੀ ਪੁਆਇੰਟ ਹੈ ਨਾ। ਤਾਂ ਹੁਣ ਆਪਾਂ ਕੀ ਕਰਨਾ ਹੈ, ਬੋਡੀ 1 ਦੇ ਵਿੱਚ ਆਪਾਂ ਨੇ ਕਹਿਣਾ ਵੀ ਸਰ ਮੈਨੂੰ ਲੱਗਦਾ ਵੀ ਜਿਹੜੇ ਆ ਆਨਲਾਈਨ ਕੋਰਸ ਨੇ ਨਾ ਇਹ ਬਹੁਤ ਵਧੀਆ ਨੇ। ਕਾਰਨ ਕੀ ਹੈ ਵੀ ਸਰ? ਕਾਰਨ ਇਹ ਹੈ, ਮੈਂ ਆਨਲਾਈਨ ਕੋਰਸ ਨੂੰ ਤਾਂ ਵਧੀਆ ਕਹਿਣਾ ਕਿ ਇਹਦੇ ਨਾਲ ਨਾ ਫਲੈਕਸੀਬਲ ਟਾਈਮਿੰਗ ਹੈ। ਤੇ ਇੱਕ ਗੱਲ ਹੋਰ ਦੇਖ ਲਿਓ, ਮੈਂ ਜੋ ਵੀ ਉਰੇ ਰਾਈਟਿੰਗ ਬਣਾਉਂਗਾ, ਤੁਹਾਨੂੰ ਪੂਰਾ ਬੋਡੀ ਪੈਰਾਗ੍ਰਾਫ ਲਿਖੂੰਗਾ, ਮੈਂ 4 ਕਲਰ ਬਣਾ ਦੂੰਗਾ ਉਹਦੇ। 4 ਕਲਰ ਬਣਾਉਣ ਦਾ ਮਤਲਬ ਇਹ ਹੈ ਕਿ ਸਾਰੇ ਸਟੂਡੈਂਟਸ ਨੂੰ ਇਹ ਪਤਾ ਹੋਊਗਾ ਵੀ ਰਮਨ ਸਰ 4 ਪੁਆਇੰਟ ਕਿਹਨੂੰ ਕਹਿੰਦੇ ਨੇ। ਕੋਈ ਮਰਜ਼ੀ ਰਾਈਟਿੰਗ ਟਾਸਕ ਸ਼ੁਰੂ ਕਰਨਾ ਹੋਵੇ, 4 ਪੁਆਇੰਟ ਤੋਂ ਬਿਨਾਂ ਤੁਸੀਂ ਸ਼ੁਰੂ ਨਹੀਂ ਕਰ ਸਕਦੇ। ਦੇਖੋ, ਰਾਈਟਿੰਗ ਟਾਸਕ ਨੂੰ ਸ਼ੁਰੂ ਕਰਨ ਦੇ ਲਈ ਸਭ ਤੋਂ ਪਹਿਲੇ ਨੰਬਰ ਤੇ ਕਨੈਕਟਰ ਮੈंने ਯੂਜ਼ ਕਰਿਆ, ਮੈਂ ਲਿਖਿਆ to commence with the view that through online study learner can study in a flexible way। ਸਭ ਤੋਂ ਵਧੀਆ ਗੱਲ ਹੈ, ਜਿਹੜੇ ਲਰਨਰ ਨੇ, ਜਿਹੜੇ ਸਿੱਖਣ ਵਾਲੇ ਨੇ, ਉਹ ਫਲੈਕਸੀਬਲ ਵੇ ਦੇ ਵਿੱਚ ਇਹ ਜਿਹੜੀ ਹੈ ਉਹ ਕਰ ਸਕਦੇ ਆ, ਮਤਲਬ ਸਟੱਡੀ ਹੈ ਜਿਹੜੀ ਉਹ ਫਲੈਕਸੀਬਲ ਵੇ ਦੇ ਵਿੱਚ ਕਰ ਸਕਦੇ ਆ। ਅਗਰੀ ਕਰਦੇ ਹੋ ਚੀਜ਼ ਨੂੰ? ਮਤਲਬ ਕੀ ਹੈ ਕਿ ਜਿਹੜੇ ਬੱਚੇ ਆਨਲਾਈਨ ਕਲਾਸ ਲਾਉਂਦੇ ਨੇ ਉਹ ਫਲੈਕਸੀਬਲ ਵੇ ਦੇ ਵਿੱਚ ਪੜ੍ਹ ਸਕਦੇ ਨੇ। ਹੁਣ ਆਪਾਂ ਕਹਾਂਗੇ ਵੀ ਰਮਨ ਸਰ ਤੁਸੀਂ ਪੁਆਇੰਟ ਤਾਂ ਦਿੱਤਾ ਵੀ ਫਲੈਕਸੀਬਲ ਵੇ 'ਚ ਪੜ੍ਹ ਸਕਦੇ ਨੇ, ਕਹਿਣਾ ਕੀ ਚਾਹੁੰਦੇ ਹੋ, ਕਿਵੇਂ ਪੜ੍ਹ ਸਕਦੇ ਨੇ, ਐਕਸਪਲੇਨ ਕਰਕੇ ਦੱਸਿਓ। ਦੂਜਾ ਸਟੈਪ ਹੁੰਦਾ ਹੈ ਮੇਰੇ ਬੱਚੇ ਐਕਸਪਲੇਨ ਕਰਨ ਦਾ, ਤਾਂ ਕਨੈਕਟਰ ਕਿਹੜਾ ਯੂਜ਼ ਕਰਿਆ? ਟੂ ਇਲੈਬੋਰੇਟ ਇਟ। ਹੁਣ ਆਹ ਗੱਲ ਦਿਮਾਗ 'ਚ ਰੱਖੋ, ਪਹਿਲਾ ਕਨੈਕਟਰ ਸੀਗਾ ਟੂ ਕਮੈਂਸ ਵਿਦ, ਟੂ ਕਮੈਂਸ ਵਿਦ। ਦੂਜਾ ਕਨੈਕਟਰ ਕਿਹੜਾ ਯੂਜ਼ ਕਰਿਆ ਮੈंने? ਟੂ ਇਲੈਬੋਰੇਟ ਇਟ। ਮੈਂ ਲਿਖਿਆ students can preserve their quality time by studying online course due to which they can do part-time job as well as become capable to afford their fee of course। मतलब ਕੀ ਹੈ ਕਿ ਆਨਲਾਈਨ ਕੋਰਸ ਦਾ ਸਭ ਤੋਂ ਵਧੀਆ ਫਾਇਦਾ ਕੀ ਹੈ ਕਿ ਬੱਚੇ ਕਿਸੇ ਵੀ ਟਾਈਮ ਬਹਿ ਕੇ ਆਪਣੀ ਸਟੱਡੀ ਕਰ ਸਕਦੇ ਹੈ, ਨਾਲ ਨਾਲ ਉਹ ਪਾਰਟ ਟਾਈਮ ਜੌਬ ਵੀ ਕਰ ਸਕਦੇ ਹੈ, ਤੇ ਜਿਹੜੀ ਉਹ ਪਾਰਟ ਟਾਈਮ ਜੌਬ ਕਰਨਗੇ ਉਹ ਚੋਂ ਜਿਹੜਾ ਪੈਸਾ ਆਊਗਾ ਆਪਣੀ ਆਨਲਾਈਨ ਕਲਾਸ 'ਚ ਫੀਸ ਵੀ ਭਰ ਸਕਦੇ ਆ। ਹੁਣ ਤੁਸੀਂ ਉਰੇ ਬੈਠੇ ਪਾਰਟ ਟਾਈਮ ਜੌਬ ਨਹੀਂ ਕਰ ਸਕਦੇ, ਕਿਉਂਕਿ ਤੁਹਾਨੂੰ ਪਤਾ ਹੈ ਵੀ 9 ਤੋਂ ਲੈ ਕੇ 4 4:30 ਵਜੇ ਤੱਕ ਜਦੋਂ ਤੱਕ ਵੀ ਕਲਾਸ ਲੱਗਣੀ ਹੈ ਜਾ ਕੇ ਬੈਠਣਾ ਪਊਗਾ। ਪਰ ਆਨਲਾਈਨ ਕਲਾਸ ਦਾ ਇਹ ਫਾਇਦਾ ਹੈ ਕਿ ਰਮਨ ਸਰ ਦਾ ਲੈਕਚਰ ਆ ਜਾਊਗਾ, ਜਦੋਂ ਦਿਲ ਕਰਿਆ ਬਹਿ ਕੇ ਦੇਖ ਲਾਂਗੇ, ਉਦੋਂ ਤੱਕ ਕੰਮ ਕਰੀ ਜਾਂਦੇ ਆ। ਹੁਣ ਰਾਤ ਨੂੰ 11 ਵਜੇ ਉਰੇ ਕਲਾਸ ਨਹੀਂ ਲੱਗਦੀ ਨਾ, ਪਰ ਰਾਤ ਨੂੰ 11 ਵਜੇ ਤੁਸੀਂ ਘਰੇ ਬਹਿ ਕੇ ਪੜ੍ਹ ਸਕਦੇ ਹੋ। ਥਰਡ ਸਟੈਪ ਕੀ ਹੋ ਗਿਆ? ਐਗਜ਼ਾਮਪਲ। कलर आप यूज करते हैं ब्लू। लो जी, मैंने यूज किया माय डियर, मैं क्या, फॉर एग्जाम्पल अ सर्वे वॉज कंडक्टेड बाय डिपार्टमेंट ऑफ एजुकेशन। एक गल दिमाग च रखियो, एग्जाम्पल कदे भी सच्ची किसी ਨੂੰ ਵੀ ਨਹੀਂ ਆਉਂਦੀ ਹੈਗੀ, ਬਸ ਟਰਾਈ ਕਰੋ ਕਿ ਇੰਟਰਨੈਸ਼ਨਲ ਐਗਜ਼ਾਮਪਲ ਬਣਾਈ ਜਾਵੇ ਤੇ ਰਿਲੇਟਡ ਟੂ ਟੌਪਿਕ ਜੀ ਬਣਾਈ ਜਾਵੇ, ਜਿਹੇ ਜੀ ਮਰਜ਼ੀ ਹੋਵੇ, ਕੋਈ ਸੱਚ ਨਹੀਂ ਕੋਈ ਝੂਠ ਨਹੀਂ, ਜਿਵੇਂ ਦੀ ਮਰਜ਼ੀ। ਮੈਂ ਕਿਹਾ ਇੱਕ ਸਰਵੇ ਕੰਡਕਟ ਕੀਤਾ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ USA ਦੇ ਵਿੱਚ, ਰਿਵੀਲਡ ਦੈਟ 25,000 ਹਾਊਸਵਾਈਫਸ ਕੰਪਲੀਟਡ देयर preferred online course and diplomas along with part time job। मतलब कि मैंने उही कहता, वैसे झूठ बोलिया कि USA ਦੇ ਵਿੱਚ 25,000 ਲਗਭਗ ਜਿਹੜੀਆਂ ਹਾਊਸਵਾਈਫ ਸੀ, ਜਿਹੜੀਆਂ ਘਰ ਦਾ ਕੰਮ ਕਰਦੀਆਂ ਸੀ, ਨਾਲੇ ਤਾਂ ਉਹ ਪਾਰਟ ਟਾਈਮ ਜੌਬ ਕਰੀ ਗਈਆਂ ਤੇ ਨਾਲ ਨਾਲ ਉਹਨਾਂ ਨੇ ਆਪਣੀ ਮਨਮਰਜ਼ੀ ਦਾ ਕੋਰਸ ਵੀ ਕਰ ਲਿਆ। मतलब साफ की हैगा कि एक एग्जाम्पल वैसे ही दी है, चाहे कोई बच्चा उरे USA की जगह ते कैनेडा पा लैंदा, कैनेडा भी पा सकता सी, भावें 25,000 की जगह 30,000 पा लैंदा, 20,000 पा लैंदा,
ਜੋ ਦਿਲ ਕਰਦਾ ਹੈ ਆਪਣੀ ਮਰਜ਼ੀ ਦੀ ਐਗਜ਼ਾਮਪਲ ਦੇਣੀ ਹੈ ਤੇ ਲਾਸਟ ਤੇ ਕੱਢਣਾ ਹੁੰਦਾ ਇਹਦਾ ਰਿਜ਼ਲਟ। ਤੇ ਤੁਹਾਨੂੰ ਮੈਂ ਇੱਕ ਵਾਰੀ ਇਹਨੂੰ ਫਿਨਿਸ਼ ਕਰਾਂ ਫਿਰ ਮੈਂ ਤੁਹਾਨੂੰ ਸਮਝਾਉਂਗਾ ਕੀ ਚੀਜ਼ ਕਰੀ ਹੈ ਮੈਨੇ। ਰਿਜ਼ਲਟ ਦੇ ਲਈ ਮੈਨੇ ਕਨੈਕਟਰ ਯੂਜ਼ ਕੀਤਾ does। by getting online courses individuals can do their study in a convenient way। convenient ਸੌਖਾ ਤਰੀਕਾ। ਕਹਿੰਦਾ ਵੀ ਜਿਹੜੇ ਬੱਚੇ ਆਨਲਾਈਨ ਸਟੱਡੀ ਕਰਦੇ ਨੇ ਉਹ ਬਹੁਤ ਸੌਖੇ ਤਰੀਕੇ ਨਾਲ ਸਿੱਖ ਸਕਦੇ ਨੇ। ਤੁਸੀਂ ਇੱਕ ਗੱਲ ਨੂੰ ਨੋਟ ਕਰੋ, ਅਰ ਬੇਨਤੀ ਮੇਰੀ ਇਹ ਮੈਂ ਤੁਹਾਨੂੰ ਰੇ ਪੜਾਉਣ ਦੇ ਲਈ ਕਰ ਰਿਹਾ, ਕਿਤੇ ਪੇਪਰ 'ਚ ਮੋਮ ਵਾਲੇ ਰੰਗ ਲੈ ਕੇ ਵਗ ਜਾਓ ਵੀ ਸਰ ਬਸ ਕੱਲੇ ਲਿਖ ਦਾ ਦਿੱਤਾ, ਕੱਲਾ ਭਰਨਾ ਰਹਿ ਗਿਆ। ਉਹ ਪੁੱਤਰ ਜੀ ਇਹ ਤੁਹਾਨੂੰ ਕੱਲਾ ਸਮਝਾਉਣ ਦੇ ਲਈ ਕਰ ਰਿਹਾ ਮੈਂ ਕਿ 4 ਰੰਗ ਨੇ, 4 ਸਟੈਪ ਨੇ। ਦੇਖੋ ਕੋਈ ਮਰਜ਼ੀ ਸਟੂਡੈਂਟ ਹੋਵੇ ਜਿਹਨੇ ਰਾਈਟਿੰਗ ਟਾਸਕ ਨੂੰ ਲਿਖਣਾ ਦੇਖਣਾ ਹੈਗਾ, ਉਹਨੇ ਪਤਾ ਕੀ ਕਰਨਾ ਹੈਗਾ। ਦੇਖੋ ਡੀਅਰ ਇਹ ਆਲੋ ਇਹ ਆਪਾਂ ਬਲੈਕ ਕਲਰ ਯੂਜ਼ ਕਰਦੇ ਆ, ਦੈਟਸ ਇਟ। ਪਹਿਲਾ ਕਨੈਕਟਰ ਯੂਜ਼ ਕੀਤਾ ਮੈਨੇ ਟੂ ਕਮੈਂਟਸ ਵਿਦ, ਇਹ ਪਹਿਲਾ ਕਨੈਕਟਰ ਹੈ ਤੇ ਕੌਮਾ ਉਰੇ ਤਾਂ ਨਹੀਂ ਪਾਇਆ, ਉੱਥੇ ਦਾ ਵਿਊਜ਼ ਦੈਟ ਪਾ ਲਿਆ ਤੇ ਦੈਟ ਨਾਲ ਕਦੇ ਕੌਮਾ ਨਹੀਂ ਆਂਦਾ ਹੁੰਦਾ। ਜੇ ਮੈਂ ਇਕੱਲਾ ਟੂ ਕਮੈਂਟਸ ਵਿਦ ਪਾ ਲਾਂਦਾ, ਦੈਟ ਨਾ ਪਾਉਂਦਾ, ਫਿਰ ਮੈਂ ਕੌਮਾ ਪਾਉਂਦਾ। ਹਰੇਕ ਕਨੈਕਟਰ ਤੋਂ ਬਾਅਦ ਕੌਮਾ ਲੱਗਦਾ, ਬੱਚੇ ਕਈ ਵਾਰ ਕਨਫਿਊਜ਼ ਹੋ ਜਾਂਦੇ ਨੇ। ਠੀਕ ਹੈ, ਪਹਿਲਾ ਕਨੈਕਟਰ ਮੈਨੇ ਕੀ ਦਿੱਤਾ ਕਿ ਸਰ ਮੈਂ ਸ਼ੁਰੂ ਕਰ ਰਿਹਾ ਇਹ ਗੱਲ ਨੂੰ ਕਿ ਜਿਹੜੇ ਬੱਚੇ ਆਨਲਾਈਨ ਕਲਾਸ ਲਾਉਂਦੇ ਨੇ ਉਹ ਫਲੈਕਸੀਬਲ ਤਰੀਕੇ ਨਾਲ ਪੜ੍ਹ ਸਕਦੇ ਨੇ। ਇਹ ਮੇਰਾ ਕੀ ਹੋ ਗਿਆ, 1 ਨੰਬਰ ਹੋ ਗਿਆ। ਟੂ ਇਲੈਬੋਰੇਟ, ਇਹ ਦੂਜੇ ਨੰਬਰ ਦਾ ਕਨੈਕਟਰ ਹੈ ਬੱਚੇ। ਇਹਦਾ ਮਤਲਬ ਹੈ ਕਿ ਸਰ ਮੈਂ ਜੋ ਉੱਪਰ ਕੇ ਹੈ ਨਾ ਮੈਂ ਉਹਨੂੰ ਐਕਸਪਲੇਨ ਕਰਦਾ ਵੀ ਫਲੈਕਸੀਬਲ ਕਿਵੇਂ। ਤਾਂ ਮੈਨੇ ਇਹ 'ਚ ਇਹ ਦੱਸਤਾ ਕਿ ਨਾਲੇ ਤਾਂ ਉਹ ਪਾਰਟ ਟਾਈਮ ਜੌਬ ਵੀ ਕਰ ਸਕਦੇ ਨੇ, ਕਿਸੇ ਟਾਈਮ ਦਿਲ ਕਰਿਆ ਉਦੋਂ ਪੜ੍ਹ ਸਕਦੇ ਨੇਗੇ। 3rd ਨੰਬਰ ਤੇ ਮੈਨੇ ਦਿੱਤੀ ਐਗਜ਼ਾਮਪਲ। ਦੇਖੋ ਐਗਜ਼ਾਮਪਲ ਵੀ ਕਿਵੇਂ ਮੈਂਸ਼ਨ ਕੀਤੀ ਕਿ ਇੱਕ ਡਿਪਾਰਟਮੈਂਟ ਆਫ ਐਜੂਕੇਸ਼ਨ ਹੈਗਾ, ਉਹਨੇ ਦੱਸਿਆ ਵੀ USA ਦੇ ਵਿੱਚ 25,000 ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਨੇ ਆਨਲਾਈਨ ਕੋਰਸ ਕਰਕੇ ਆਪਦੀ ਪੜ੍ਹਾਈ ਪੂਰੀ ਕਰੀ, ਨਾਲ ਕੰਮ ਕਰਿਆ। ਮਤਲਬ ਦੇਖੋ ਟੌਪਿਕ ਦੇ ਨਾਲ ਜੁੜਦੀ ਕੋਈ ਗੱਲ ਕਰਨੀ ਸੀ। ਹੁਣ ਇੱਥੇ ਮੈਂ ਡਿਪਾਰਟਮੈਂਟ ਆਫ CBI ਨਹੀਂ ਪਾ ਸਕਦਾ ਨਾ, ਕਿਉਂਕਿ ਕਿਹੜਾ ਕ੍ਰਾਈਮ ਦਾ ਟੌਪਿਕ ਹੈ। ਜਿਹੇ ਜਿਹਾ ਟੌਪਿਕ ਹੋਊਗਾ ਉਹੇ ਜਿਹਾ ਡਿਪਾਰਟਮੈਂਟ ਹੋਊਗਾ। ਤੇ ਰਹੀ ਗੱਲ ਇਹਦਾ ਰਿਜ਼ਲਟ ਕੱਢਣਾ ਹੁੰਦਾ, 4ਥੇ ਨੰਬਰ ਤੇ ਮੈਨੇ ਕਨੈਕਟਰ ਯੂਜ਼ ਕੀਤਾ does। ਮੈਂ ਕਿਹਾ ਵੀ ਭਾਈ ਆਨਲਾਈਨ ਜਿਹੜੇ ਕੋਰਸ ਕਰਦੇ ਨੇ ਇਹ ਸਭ ਤੋਂ ਕਨਵੀਨੀਅੰਟ ਵੇ ਹੈ, ਸੌਖਾ ਤਰੀਕਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਰਾਈਟਿੰਗ 'ਚੋਂ ਬੈਂਡ ਆਉਣ ਤਾਂ ਇਹ ਗੱਲ ਦਿਮਾਗ 'ਚ ਰੱਖਿਓ, ਇਹ ਸਟਰਕਚਰ ਨੂੰ ਫੋਲੋ ਕਰਨਾ ਹੈ। ਟੂ ਕਮੈਂਟਸ ਵਿਦ ਲਿਖ ਕੇ ਆਪਣਾ ਕੋਈ ਵੀ ਮੇਨ ਪੁਆਇੰਟ ਦਿਓ ਵੀ ਸਰ ਮੈਂ ਪੋਜ਼ਿਟਿਵ ਇਸ ਕਰਕੇ ਆ ਗੱਲ ਕਰਕੇ, ਆ ਗੱਲ ਸੀ, ਫਲੈਕਸੀਬਲ ਵੇ ਹੈ। ਫਿਰ ਮੈਂ ਉਹਨੂੰ ਦੂਜੇ ਨੰਬਰ ਤੇ ਉਸੇ ਗੱਲ ਨੂੰ ਕੀ ਕਰਨਾ ਹੁੰਦਾ, ਐਕਸਪਲੇਨ। ਐਕਸਪਲੇਨ ਦੇ ਲਈ ਕਨੈਕਟਰ ਯੂਜ਼ ਕੀਤਾ ਟੂ ਇਲੈਬੋਰੇਟ। 3rd ਨੰਬਰ ਤੇ ਦੇਣੀ ਹੈ ਐਗਜ਼ਾਮਪਲ, ਫॉर ਐਗਜ਼ਾਮਪਲ। ਤੇ 4th ਨੰਬਰ ਤੇ ਮੈਨੇ does ਪਾ ਕੇ ਕਿ ਇਹਦਾ ਰਿਜ਼ਲਟ ਤਾਂ ਜੀ ਆ ਨਿਕਲੂਗਾ। ਹੁਣ ਇੱਕ ਗੱਲ ਬੜੀਆਂ ਇੰਪੋਰਟੈਂਟ ਇਹ ਨੇ ਕਿ ਬੋਡੀ ਪੈਰਾਗ੍ਰਾਫ 2 ਦੇ ਵਿੱਚ, ਬੋਡੀ 2 ਦੇ ਵਿੱਚ ਜੋ 1 ਦੇ ਵਿੱਚ ਕਰਿਆ ਉਹ ਕਨੈਕਟਰ ਕੋਈ ਨਾ ਹੋਵੇ। ਨਾ ਤਾਂ ਉੱਥੇ ਟੂ ਕਮੈਂਟਸ ਦਿਖਣਾ ਚਾਹੀਦਾ, ਨਾ ਟੂ ਇਲੈਬੋਰੇਟ, ਨਾ ਫॉर ਐਗਜ਼ਾਮਪਲ, ਨਾ does। ਬੋਡੀ 1 ਤੇ ਬੋਡੀ 2 ਦੇ ਕਨੈਕਟਰ ਡਿਫਰੈਂਟ ਹੋਣੇ ਚਾਹੀਦੇ ਨੇ। ਹੁਣ ਬੋਡੀ 2 ਦੇ ਵਿੱਚ ਮੈਂ ਕੀ ਲਿਖਣਾ ਸੀ, ਸੇਵਿੰਗ ਮਨੀ। ਇਹ 'ਚ ਤਾਂ ਆਪਣੀ ਸੇਵਿੰਗ ਟਾਈਮ ਲਿਖਤਾ ਸੀ, ਫਲੈਕਸੀਬਲ ਟਾਈਮ ਹੈਗਾ। ਉਹਦੇ ਵਿੱਚ ਵੀ ਇਸੇ ਤਰੀਕੇ ਨਾਲ 4 ਸਟੈਪ ਹੋਣਗੇ। ਤੇ ਕੋਈ ਵੀ ਬੱਚਾ ਇੱਕ ਗੱਲ ਦਿਮਾਗ 'ਚ ਰੱਖ ਲਿਓ, ਇਹ ਗਲਤੀ ਨਾ ਕਰਿਓ ਕਿ ਮੇਨ ਪੁਆਇੰਟ ਦੇ ਕੇ ਐਗਜ਼ਾਮਪਲ ਦੇ ਦਿਓ ਫਿਰ ਐਕਸਪਲੇਨ ਕਰ ਦਿਓ ਜਾਂ ਉੱਪਰ ਨੀਚੇ ਕਰ ਦਿਓ, ਗਲਤ ਹੋ ਜਾਓਗੇ। ਕਿਸੇ ਦਾ ਜੇ ਐਸੇ ਵੀ ਸੁਣਾਉਣ ਲੱਗੋਗੇ ਤਾਂ ਸਟੈਪ ਬਾਈ ਸਟੈਪ ਹੀ ਸੁਣਾਵਾਂਗੇ ਨਾ। ਹੁਣ ਇਹ ਥੋੜੀ ਵੀ ਪਹਿਲਾਂ ਉਹਦਾ ਜਨਮ ਨਾ ਦੇਣਾ, ਉਹਦੀ ਮੌਤ, ਫਿਰ ਉਹਦਾ ਜਵਾਨੀ, ਇਹ ਤੇ ਸੱਜਣਾ ਫਿਰ ਗਲਤ ਹੋ ਜਾਏਗਾ ਨਾ। ਮਤਲਬ ਕੀ ਹੈ ਕਿ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ, ਮੇਨ ਪੁਆਇੰਟ ਦੱਸੋ, ਉਹਨੂੰ ਐਕਸਪਲੇਨ ਕਰੋ, ਉਹਦੀ ਐਗਜ਼ਾਮਪਲ ਦਿਓ ਤੇ ਉਹਦਾ ਰਿਜ਼ਲਟ ਕੱਢੋ। ਤੇ ਜਿੰਨੇ ਵੀ ਰਾਈਟਿੰਗ ਦੇ ਟੌਪਿਕ ਹੋਣਗੇ ਇਸੇ ਤਰੀਕੇ ਨਾਲ ਹੋਣਗੇ, ਗੱਲ ਖਤਮ। ਬੋਡੀ 2 ਦੇਖੋ ਉਹਦੇ 'ਚ 4 ਕਨੈਕਟਰ ਨਵੇਂ ਕਿਹੜੇ ਨੇ, ਪਰ ਸਟੈਪ 4 ਕਲਰ ਇਹੀ ਹੋਣਗੇ। ਲਓ ਜੀ, ਮੈਂ ਕੁਝ ਵੀ ਨਵਾਂ ਆਪਦੇ ਵੱਲੋਂ ਨਹੀਂ ਐਡ ਕਰਨਾ, ਬਸ ਇਹ ਗੱਲ ਦਿਮਾਗ 'ਚ ਰੱਖਿਓ ਮਾਈ ਡੀਅਰ। ਇਹ ਆ ਲਓ ਮੈਂ ਯੂਜ਼ ਕੀਤਾ ਕਨੈਕਟਰ, ਕੀ ਕੀਤਾ ਦੇਖੋ। ਨੰਬਰ 1 ਮੈਂ ਕਿਹਾ ਫਰਦਰ ਸਟਰੈਂਥਨਿੰਗ ਦਾ ਵਿਊਜ਼। ਇਹ ਮੇਰਾ ਪਹਿਲਾ ਕਨੈਕਟਰ ਕਿਹੜਾ ਸੀ, ਟੂ ਕਮੈਂਟਸ ਵਿਦ, ਉਦੋਂ ਬੋਡੀ 1 ਸੀਗਾ। ਹੁਣ ਬੋਡੀ ਪੈਰਾਗ੍ਰਾਫ 2 ਆ ਗਿਆ, ਮੈਂ ਕਿਹਾ ਫਰਦਰ ਸਟਰੈਂਥਨਿੰਗ ਦਾ ਵਿਊਜ਼। ਮੈਂ ਆਪਣੇ ਵਿਊ ਨੂੰ ਅੱਗੇ ਲੈ ਕੇ ਜਾ ਰਿਹਾ, ਹੋਰ ਅੱਗੇ ਵਧਾ ਰਿਹਾਗਾ। ਮੈਂ ਕਿਹਾ ਬਾਏ ਵਰਚੂ ਆਫ ਆਨਲਾਈਨ ਕੋਰਸ, ਜੇ ਆਨਲਾਈਨ ਕੋਰਸ ਦਾ ਤਰੀਕਾ ਜਿਹੜਾ ਮਨੀ ਕੈਨ ਬੀ ਸੇਵਡ ਬਾਏ ਦ ਸਟੂਡੈਂਟਸ। ਜਿਹੜੇ ਬੱਚੇ ਆਨਲਾਈਨ ਕੋਰਸ ਨੂੰ ਅਪਣਾਉਣਗੇ ਤਾਂ ਉਹਦੇ ਨਾਲ ਕੀ ਹੋਊਗਾ, ਜਿਹੜੀ ਮਨੀ ਹੈ, ਜਿਹੜਾ ਪੈਸਾ
ਸਰ ਉਹ ਵੀ ਬਚਾਇਆ ਜਾ ਸਕਦਾ। ਆਪਾਂ ਬੋਡੀ 1 ਚ ਕੀ ਕਿਹਾ ਸੀ, ਟਾਈਮ ਬਚਾਇਆ ਜਾ ਸਕਦਾ ਸਰ। ਬੋਡੀ 2 ਚ ਕਹਤਾ ਵੀ ਸਰ ਟਾਈਮ ਛੱਡੋ, ਪੈਸਾ ਵੀ ਬਚਾਇਆ ਜਾ ਸਕਦਾ ਹੈਗਾ। ਆਪਣੇ ਕੋਲੇ ਕਨੈਕਟਰ ਪਹਿਲਾਂ ਕੀ ਯੂਜ਼ ਕੀਤਾ ਸੀ, ਟੂ ਇਲੈਬੋਰੇਟ। ਆਪਾਂ ਕਿਹੜਾ ਯੂਜ਼ ਕਰਿਆ ਉਰੇ, ਟੂ ਐਕਸਪਲੀਕੇਟ। ਹੁਣ ਤੁਹਾਨੂੰ ਇਹ ਗੱਲ ਤਾਂ ਸ਼ੋਰ ਹੋ ਗਈ ਕਿ ਆਪਾਂ ਐਕਸਪਲੇਨ ਤਾਂ ਕਰਾਂਗੇ ਪਰ ਕਨੈਕਟਰ ਦੇਖੋ ਚੇਂਜ ਹੋ ਗਿਆ। ਜੇ ਬੋਡੀ 1 ਤੇ ਬੋਡੀ 2 ਦਾ ਕਨੈਕਟਰ ਆਪਸ ਚ ਕੋਈ ਇੱਕ ਵੀ ਮੈਚ ਕਰ ਗਿਆ, ਸਿੱਧਾ ਹਾਫ ਬੈਂਡ ਉੱਡ ਜਾਊਗਾ, ਮੈਚ ਨਾ ਕਰ ਜੇ। ਇੰਨਾ ਜ਼ੋਰ ਲਾ ਕੇ ਪ੍ਰੈਸ਼ਰ ਲਾ ਕੇ ਤਾਂ ਹੀ ਪੜਾਉਣਾ ਕਿ ਤੁਸੀਂ ਗਲਤੀ ਨਾ ਕਰਕੇ ਆਓ ਪੇਪਰ 'ਚ। ਦੇਖਾਂ ਕਿਵੇਂ ਪੈਸੇ ਬਚਣਗੇ। ਮੈਂ ਕਿਹਾ ਟੂ ਐਕਸਪਲੀਕੇਟ ਇਟ, ਲਰਨਰ ਫਰੋਮ ਐਨੀ ਕੈਟਾਗਰੀ ਈਦਰ ਮਿਡਲ ਔਰ ਰਿਚ can afford charges of online study because cost of online course is less as comparative to regular classes। ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ, ਹਰੇਕ ਬੰਦਾ ਆਨਲਾਈਨ ਕਲਾਸ ਨੂੰ ਅਫੋਰਡ ਕਰ ਸਕਦਾ ਹੈਗਾ। ਹਰੇਕ ਬੰਦਾ ਆਨਲਾਈਨ ਕਲਾਸ ਨੂੰ ਅਫੋਰਡ ਕਰ ਸਕਦਾ ਹੈਗਾ ਕਿਉਂਕਿ ਉਹਦੇ ਚਾਰजेस ਨੇ ਜਿਹੜੇ ਉਹ ਘੱਟ ਹੁੰਦੇ ਨੇਗੇ। ਮੈਂ ਇੱਕ ਕਨੈਕਟਰ ਯੂਜ਼ ਕੀਤਾ, ਮੋਰ ਓਵਰ ਮੈਂ ਕਿਹਾ ਇੱਕ ਹੋਰ ਗੱਲ ਦੱਸਦਾ, ਕਹਿੰਦਾ they do not have to pay the charges of transportation। ਦੂਜੀ ਗੱਲ ਹੈ ਕਿ ਉਹਨਾਂ ਨੂੰ ਟਰਾਂਸਪੋਰਟੇਸ਼ਨ ਦਾ ਵੀ ਖਰਚਾ ਨਹੀਂ ਦੇਣਾ ਪੈਂਦਾ। ਹੁਣ ਘਰੇ ਬੈਠੇ ਨੇ, ਮੈਂ ਇੱਕ ਬੱਚਾ ਮੈਨੂੰ ਬਾਈ ਗॉड ਮੈਨੂੰ ਹਾਸਾ ਬੜਾ ਆਇਆ, ਇੱਕ ਸਟੂਡੈਂਟ ਦਾ ਮੈਨੂੰ ਫੋਨ ਆਇਆ, ਕਹਿੰਦੇ ਸਰ ਆਨਲਾਈਨ ਕਲਾਸ ਲਾਉਂਦੇ ਹੋ? ਮੈਂ ਕਿਹਾ ਜੀ ਲਾਉਣਾ। ਕਹਿੰਦੇ ਸਰ ਸੋਸ਼ਲ ਡਿਸਟੈਂਸਿੰਗ ਨਾਲ ਬੱਚੇ ਬਹਿੰਦੇ ਨੇ। ਮੈਂ ਕਿਹਾ ਵੀ ਤੂੰ ਆਪਦੇ ਘਰੇ ਬੈਠਣਾ, ਫੋਟੋਆਂ ਚੱਲ ਨਾਲ ਹੋਣਗੀਆਂ, ਸਰ ਮਾਸਕ ਤਾਂ ਸਾਰੇ ਪਾਉਂਦੇ ਨੇ। ਮੈਂ ਕਿਹਾ ਹਾਂ ਬੇਟੇ, 2 ਬੰਦੇ ਅੱਗੇ ਸੈਨੀਟਾਈਜ਼ ਵੀ ਕਰਦੇ ਨੇਗੇ। ਮਤਲਬ ਵਾਟ ਇਜ਼ ਦਿਸ। ਤਾਂ ਹਮੇਸ਼ਾ ਕੀ ਹੈ ਕਿ ਆਨਲਾਈਨ ਕਲਾਸ ਦਾ ਆਪਾਂ ਨੂੰ ਇਹ ਫਾਇਦਾ, ਨਾਲੇ ਤਾਂ ਕੋਰਸ ਸਸਤਾ, ਆਉਣ ਜਾਣ ਦਾ ਖਰਚਾ ਸਸਤਾ। ਹੁਣ ਆ ਦੜਬੇ ਤੋਂ ਆਉਂਦਾ, ਕਿਰਾਇਆ ਤਾਂ ਲਾਉਂਦੇ ਹੋਏਗਾ, ਕੱਲੂ ਕਿ ਆਉਨੇ ਲਾਉਨੇ ਵੈਰੀ ਹੋ। ਕੌਣ ਕੌਣ ਆਉਂਦਾ ਟਰਾਂਸਪੋਰਟ 'ਚ? ਬੀਬੀਆਂ ਤਾਂ ਮਾਫ ਹੋਊਗਾ, ਸਾਡੀਆਂ ਸਰਕਾਰਾਂ ਨੇ। ਕਿੰਨਾ ਲਾਉਂਦੇ ਹੋ? 30 ਆਣ 30 ਜਾਣ 60 ਰੁਪਏ ਹੋ ਗਏ, 1800 ਰੁਪਏ ਮਹੀਨਾ ਹੋ ਗਿਆ ਬਾਈ ਦਾ। ਆ ਦੇਖੋ ਆਨਲਾਈਨ ਕਲਾਸ 'ਚ ਸੇਵ ਹੁੰਦਾ ਪੈਸਾ। ਅਰੇ ਮਿਹਨਤੀ ਹੈ ਕਿਤੇ ਹਟ ਜੋ ਵੀ ਅੱਜ ਤੋਂ ਜੱਟ ਤਾਂ ਆਨਲਾਈਨ ਹੀ ਪੜੂਗਾ, ਆ ਜੱਟਾਂ ਨੂੰ ਆਫਲਾਈਨ ਹੀ ਰਹਿਣ ਦੋ। ਕਿਤੇ ਕੱਲ ਉਰੇ ਖਾਲੀ ਕੁਰਸੀਆਂ ਨੂੰ ਸੰਬੋਧਨ ਕਰ ਜਾ। ਮੈਂ ਬਹੁਤ ਔਖਾ ਹੈਗਾ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਨਾ। ਨਹੀਂ ਮੈਂ ਕੁਝ ਵੀ ਨਹੀਂ ਕਿਹਾ। ਚਲੋ ਐਗਜ਼ਾਮਪਲ ਦੇ ਲਈ ਬਾਈ ਜੀ ਆਪਾਂ ਕਨੈਕਟਰ ਯੂਜ਼ ਕਰਿਆ ਫॉर ਇੰਸਟੈਂਸ। ਉੱਪਰ ਫॉर ਐਗਜ਼ਾਮਪਲ ਲਾਇਆ ਸੀ। ਤੁਸੀਂ ਇੱਕ ਚੀਜ਼ ਨੋਟ ਕਰੋ, ਉੱਥੇ ਆਪਾਂ ਨੇ ਲਾਇਆ ਸੀ ਇੱਕ ਸਰਵੇ ਕੰਡਕਟ ਕਰਿਆ ਗਿਆ ਤੇ ਬੋਡੀ 2 ਦੇ ਵਿੱਚ ਮੈਂ ਕਿਹਾ ਹੈਡਲਾਈਨ ਮਿਲ ਗਈ। ਬਸ ਇਹ ਗੱਲ ਯਾਦ ਰੱਖਿਓ, ਇੱਕ ਪੈਰਾਗ੍ਰਾਫ 'ਚ ਸਰਵੇ ਕੰਡਕਟ ਕਰ ਦਾਂਗੇ, ਇੱਕ ਪੈਰਾਗ੍ਰਾਫ 'ਚ ਆਪਾਂ ਕਿਸੇ ਦੀ ਹੈਡਲਾਈਨ ਦੱਸ ਦਾਂਗੇ। ਜਿਵੇਂ ਮੈਂ ਕਿਹਾ the headline of the Tribune newspaper showed that student who studied only in Vietnam saved their 29% of money in 2014। ਕਹਿੰਦਾ ਜੇ ਕੱਲੇ ਵਾਇਤਨਮ ਦੀ ਗੱਲ ਕਰਦੇ ਆ ਨਾ, ਚਾਹੇ ਆਪਾਂ ਸਿੰਗਾਪੁਰ ਕਹਿ ਸਕਦੇ ਹਾਂ, ਦੁਬਈ ਕਹਿ ਸਕਦੇ ਹਾਂ, ਕਿਤੋਂ ਦਾ ਵੀ ਕਹਿ ਸਕਦੇ ਹੈਗੇ, ਉੱਥੋਂ ਦੀ ਜਿਹੜੀ ਸਟੱਡੀ ਹੈਗੀ ਉਹਦੇ ਨਾਲ ਬੱਚਿਆਂ ਨੇ ਆਪਦੀ ਜਿਹੜੀ ਕਮਾਈ ਹੈ 29% ਬਚਾ ਲਈ। ਭਾਵੇਂ ਕੋਈ 50% ਕਹਿ ਦਿਓ, ਭਾਵੇਂ ਕੋਈ 33 ਕਹਿ ਦਿਓ। ਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਆਨਲਾਈਨ ਕਲਾਸਿਸ ਲੱਗਦੇ ਨੇ, ਮੇਰਾ ਇੱਕ ਸਟੂਡੈਂਟ ਹੈ ਦੁਬਈ ਤੋਂ, ਉਹ ਕਹਿੰਦੇ ਸਾਨੂੰ ਘੰਟਿਆਂ ਦੇ ਹਿਸਾਬ ਨਾਲ ਪੈਸੇ ਪੇ ਕਰਨੇ ਪੈਂਦੇ ਆ ਪਰ ਆਵਰ ਦੀ ਕਲਾਸ ਦੇ ਹਿਸਾਬ ਨਾਲ। ਸਮਝੇ ਮੇਰੀ ਗੱਲ? ਮਤਲਬ ਤੁਸੀਂ ਇਹ ਲਓ ਕਿ ਕਿੰਨਾ ਐਕਸਪੈਂਸਿਵ ਹੋ ਜਾਂਦਾ ਹੋਊਗਾ। ਸਮਝੇ ਮੇਰੀ ਗੱਲ? ਤਾਂ ਬਹੁਤ ਐਵੇਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਪਰ ਜੇ ਆਨਲਾਈਨ ਕਲਾਸ ਰਮਨ ਸਰ ਵਰਗਾ ਮਿਲ ਜੇ, ਹਾਏ ਆਪਦੀ ਐਡ ਆਪੇ, ਕਿਉਂਕਿ ਹੋਰ ਬੰਦਾ ਪੈਸੇ ਲੈਂਦਾ। ਮੈਨੂੰ ਤਾਂ ਵੀ ਆਪੇ ਚੰਗਾ ਮਾੜਾ ਜੋ ਵੀ ਬੋਲਣਾ ਬੋਲ ਦਈਏ। ਤਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਆਨਲਾਈਨ ਕਲਾਸ ਪੜ੍ਹਨ ਤਾਂ ਅੱਜ ਹੀ ਸੰਪਰਕ ਕਰੋ ਰਮਨ ਆਇਲਸ। ਸਾਡਾ ਟੋਲ ਫ੍ਰੀ ਨੰਬਰ ਵੀ ਹੈ, ਸਾਡੇ ਕੋਲ ਦੂਜਾ ਨੰਬਰ ਵੀ ਹੈ, ਅਸੀਂ ਤੁਹਾਨੂੰ ਦੱਸ ਦਾਂਗੇ ਵੀਡੀਓ ਦੇ ਅੰਤ ਦੇ ਵਿੱਚ। ਚਲੋ ਕਹਿੰਦਾ ਵੀ ਜਿਹੜੇ ਸਟੂਡੈਂਟਸ ਨੇ ਮੇਰੇ ਸੱਜਣ ਮਿੱਤਰ ਨੇ, ਕਹਿੰਦਾ ਆਨਲਾਈਨ ਪੜ੍ਹਾਈ ਪੜ੍ਹੀ, ਕਹਿੰਦਾ ਵਾਇਤਨਮ ਦੇ ਵਿੱਚ ਦੇਖ ਲਓ, ਕਹਿੰਦਾ ਲੋਕਾਂ ਨੇ 29% ਪੈਸੇ ਬਚਾ ਲਏ। ਤਾਂ ਇਹਦਾ ਰਿਜ਼ਲਟ ਕੀ ਨਿਕਲੂਗਾ? ਤਾਂ ਬਾਈ ਜੀ ਕਹਿੰਦੇ ਇਹਦਾ ਰਿਜ਼ਲਟ ਨਿਕਲਦਾ ਹੈ, ਇਹ ਕਿਹੜਾ ਰੰਗ ਲਈਏ? ਲੀਲਾ। ਚਲੋ ਕਨੈਕਟਰ ਯੂਜ਼ ਕੀਤਾ ਐਜ਼ ਅ ਰਿਜ਼ਲਟ ਵਿਦ ਦਾ ਹੈਲਪ ਆਫ ਸੇਵਡ ਮਨੀ। ਹੁਣ ਜਿਹੜੇ ਪੈਸੇ ਬਚਾਏ ਹੋਣਗੇ, people can secure their future and can use it during accident situation। ਕਹਿੰਦਾ ਵੀ ਜਿਹੜੇ ਉਹ ਪੈਸੇ ਨੇਗੇ, ਜਿਹੜੇ ਉਹ ਬਚਾਏ ਨੇ, ਲੋਕ ਆਪਦਾ ਫਿਊਚਰ ਵੀ ਸਿਕਿਉਰ ਕਰ ਸਕਦੇ ਨੇ ਤੇ ਕਿਸੇ ਵੀ ਹੁਣ ਐਕਸੀਡੈਂਟ ਸਿਚੁਏਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਇਧਰੋਂ ਵੀ ਗੱਡੀ ਆ ਗਈ, ਇਧਰੋਂ ਵੀ ਗੱਡੀ ਆ ਗਈ, ਸਰ ਭੱਜੀ। ਐਕਸੀਡੈਂਟ ਹੁੰਦਾ ਜਦੋਂ ਕੋਈ ਬਹੁਤ ਜ਼ਿਆਦਾ ਕੋਈ ਮਾੜੀ
ਜੋ ਮਾੜਾ ਸਮਾਂ ਆ ਗਿਆ, ਇੱਕੋ ਲਖਤ ਕੋਈ ਟਾਈਮ ਆ ਗਿਆ। ਤੇ ਇੱਕ ਗੱਲ ਹੋਰ ਦੇਖ ਲਿਓ, ਇਹ ਨਹੀਂ ਹੈਗਾ ਵੀ ਸਰ ਐਕਸੀਡੈਂਟ ਉਹਨੂੰ ਕਹਿੰਦੇ ਹੁੰਦੇ ਆ ਜੇ ਕੋਈ ਬਹੁਤ ਜ਼ਿਆਦਾ ਕੋਈ ਗੰਭੀਰਤਾ ਨਾਲ ਕੋਈ ਚੀਜ਼ ਵੱਜਦੀ ਆ ਆਪਸ 'ਚ। ਹੁਣ ਇਹ ਨਹੀਂ ਹੈਗਾ ਵੀ ਸਾਰੇ ਇਧਰੋਂ ਮੈਂ ਆ ਰਹੇ ਸੀ ਪੈਦਲ 5 ਦੀ ਸਪੀਡ ਤੇ, ਇਧਰੋਂ ਆ ਰਿਹਾ ਸਰ ਸਾਈਕਲ ਆਟੋ ਰਿਕਸ਼ਾ, ਉਹ ਸਿੱਧਾ 10 ਦੀ ਸਪੀਡ ਤੇ। ਸਰ ਤੁਸੀਂ ਯਕੀਨ ਕਰੋ, ਮੈਂ ਕਰੂੰਗਾ, ਪਿੱਛੇ ਵੱਜੇ ਸਰ, ਐਕਸੀਡੈਂਟ ਹੋ ਗਿਆ ਸਰ। that is not a accident my dear, that is called a fender bender। ਹੁਣ ਇਹ ਗੱਲ ਦਿਮਾਗ 'ਚ ਰੱਖਿਓ, FENDER fender, BENDER bender। ਜਦੋਂ ਕੋਈ ਮਾਮੂਲੀ ਜਾਂ ਆਪਸ ਦੇ ਵਿੱਚ ਕੁਝ ਵੱਜ ਜੇ, ਉਰਾਂ ਪਰਾਂ ਕੁਝ ਹੋ ਜੇ, ਤੁਹਾਨੂੰ ਫੈਂਡਰ ਬੈਂਡਰ ਕਹਿੰਦੇ ਨੇ। FENDER fender, BENDER bender, ਫੈਂਡਰ ਬੈਂਡਰ। ਐਕਸੀਡੈਂਟ ਤਾਂ ਬਹੁਤ ਗੰਭੀਰ ਹੁੰਦਾ ਹੈ। ਤੁਸੀਂ ਦੇਖੋ ਇਹ 'ਚ ਵੀ ਚਾਰੇ ਕਲਰ ਕਰੇ ਨੇ। ਮੇਨ ਪੁਆਇੰਟ ਦੇਤਾ ਕਿ ਪੈਸੇ ਬਚਾ ਲਓ ਭਾਈ, ਐਕਸਪਲੇਨ ਕਰਤਾ ਕਿ ਨਾਲੇ ਤਾਂ ਸਸਤਾ ਕੋਰਸ, ਨਾਲੇ ਮਤਲਬ ਜੋ ਵੀ ਚੀਜ਼ਾਂ ਨੇ ਆਪਾਂ ਕਹਿੰਦੇ ਵੀ ਟਰਾਂਸਪੋਰਟੇਸ਼ਨ ਸਾਰੇ ਖਰਚੇ ਬਚਦੇ ਨੇ। ਐਗਜ਼ਾਮਪਲ ਦੇ ਦਿੱਤੀ ਕਿ ਵਾਇਤਨਾਮ ਵਾਲੇ ਸਟੂਡੈਂਟਾਂ ਨੇ ਆਨਲਾਈਨ ਪੜ੍ਹਿਆ ਤੇ 29% ਪੈਸੇ ਬਚਾ ਲਏ, ਤੇ ਇਹਦਾ ਰਿਜ਼ਲਟ ਤਾਂ ਬਾਈ ਜੀ ਇਹ ਨਿਕਲਿਆ ਕਿ ਉਹ ਆਪਦਾ ਫਿਊਚਰ ਹੈ ਜਿਹੜਾ ਉਹ ਸਿਕਿਉਰ ਵੀ ਕਰ ਸਕਦੇ ਨੇ। ਮੈਂ ਕਿਸੇ ਨੂੰ ਇਹ ਨਹੀਂ ਕਹੂੰਗਾ ਵੀ ਤੁਸੀਂ ਮੇਰੇ ਕੋਲੋਂ ਹਟੋ ਜਾਂ ਕੁਛ ਕਰੋ, ਹਟ ਵੀ ਨਾ ਚਾਹੀਓ ਪਲੀਜ਼, ਹੱਥ ਜੋੜੇ, ਬਹੁਤ ਔਖਾ ਖਰਚਾ ਨਿਕਲਦਾ ਹੈਗਾ। ਅਕੈਡਮੀ ਦੀ ਫੀਸ 8500, 7000 ਹੋਸਟਲ ਦਾ, ਲਗਭਗ ਨਾ ਕਰਦੇ 15-16 ਰੁਪਇਆ ਹੋ ਗਿਆ ਮਹੀਨੇ ਦਾ। ਮੈਂ ਆਨਲਾਈਨ 800 ਰੁਪਏ ਲੈਣਾ, ਜਿਹ ਚੋਂ 5000 ਫੀਸ, 900 ਰੁਪਏ ਭਾਵੇਂ GST ਤੁਸੀਂ ਆਪਦਾ ਮੜਵਾ ਲਓ, ਇੱਕ ਵਾਰੀ 3 ਮਹੀਨੇ ਦੀ ਫੀਸ ਹੋ ਗਈ। ਤਾਂ ਮਤਲਬ ਕੀ ਹੈ ਕਿ ਆਨਲਾਈਨ ਕੋਰਸ ਦੇ ਵਿੱਚ ਨਾਲੇ ਟਾਈਮ ਬਚ ਗਿਆ, ਤੁਸੀਂ ਆਪਦੇ ਪਰਿਵਾਰ ਤੋਂ ਦੂਰ ਬੈਠੇ ਹੋਗੇ। ਚਲੋ ਉੱਥੇ ਵੀ ਮੈਨੂੰ ਪਤਾ ਜੂਤ ਪਤਾਣੀ ਕਰਾਉਣਾ ਹੁੰਦਾ ਹੈ, ਚੱਲ ਟਲੇ ਬੈਠੇ ਹੋ। ਮੈਂ ਇੱਕ ਜਵਾਕ ਜੀ ਨੂੰ ਕਿਹਾ, ਮੈਂ ਕਿਹਾ ਘਰਦਿਆਂ ਦੀ ਯਾਦ ਤਾਂ ਆਉਂਦੀ ਹੋਗੀ, ਕਹਿੰਦਾ ਭੋਰਾ ਨਹੀਂ। ਮੈਂ ਕਿਹਾ ਕਿਉਂ? ਕਹਿੰਦਾ ਸਰ ਕਟਾਈ ਤੋਂ ਬਚੇ ਹੋਏ ਆ। ਆਨਲਾਈਨ 'ਚ ਤਾਂ ਕਹਿੰਦਾ ਔਖਾ ਸੀਗਾ, ਨਾਲੇ ਤਾਂ ਕੁੱਟਦੇ ਸੀ ਨਾਲੇ ਪੜਾਉਂਦੇ ਸੀ, ਕਹਿੰਦਾ ਆਫਲਾਈਨ 'ਚ ਟਿਕੇ ਜੇ ਤਾਂ ਬੈਠੀਆਂ ਸਾਈਡ ਤੇ ਹੋਏ। ਚਲੋ ਆਪਣੇ ਚਾਰੇ ਸਟੈਪ ਕੀ ਹੋ ਗਿਆ ਬਾਈ ਜੀ, ਇੱਥੇ ਵੀ ਬੋਡੀ 1 'ਚ ਵੀ ਚਾਰੇ ਗੱਲਾਂ, ਬੋਡੀ 2 'ਚ ਵੀ ਚਾਰੇ ਗੱਲਾਂ। ਕੋਈ ਵੀ ਰਾਈਟਿੰਗ ਟਾਸਕ ਆ ਜੇ ਉਹ 'ਚ ਚਾਰੇ ਗੱਲਾਂ ਕਰਿਓ, ਜੇ ਫੇਲ ਹੋ ਗਏ ਮੈਨੂੰ ਆ ਕੇ ਪੁੱਛ ਲਿਓ, ਠੀਕ ਹੈ। ਕਨਕਲੂਜਨ, ਕਹਿੰਦੇ ਚੋਬਰ ਗੱਲਾਂ ਕਰਦਾ ਪਿੱਛੇ ਬੈਠਾ ਕੋਈ, ਸੁਣੋ। ਕਨਕਲੂਜਨ, ਇਹਦਾ ਕਨਕਲੂਜਨ ਕੀ ਹੈ? ਕਿਉਂਕਿ ਜਿਹਦਾ ਬੋਡੀ 1 ਤੇ ਬੋਡੀ 2 ਸੇਮ ਹੁੰਦਾ ਡਾਰਲਿੰਗ, ਉਹ 'ਚੋਂ ਕੀ ਕਰਦੇ ਹੁੰਦੇ ਪੁੱਤ ਆਪਾਂ? ਦੇਖੋ ਇਹ ਮੈਂ ਕਿਹਾ ਟੂ ਕਨਕਲੂਡ ਕੋਮਾ ਥਰੂ ਆਨਲਾਈਨ ਸਟੱਡੀ ਪੀਪਲ ਨੋਟ ਓਨਲੀ ਗੈਟ ਕੰਫਰਟੇਬਲ ਟਾਈਮ। ਇਹਨਾਂ ਨੇ ਮੈਂ ਜਿਹੜਾ ਬਣਾਇਆ ਤੁਹਾਨੂੰ ਯਾਦ ਹੋਊਗਾ, ਇੱਕ ਆਲਦੋ ਤੇ ਯੈਟ ਵਾਲਾ ਬਣਦਾ ਹੁੰਦਾ। ਆਲਦੋ ਤੇ ਯੈਟ ਉਹ ਉਦੋਂ ਬਣਦਾ ਜਦੋਂ ਬੋਡੀ 1 ਕੋਈ ਹੋਰ ਹੋਵੇ, ਬੋਡੀ 2 ਕੋਈ ਹੋਰ ਹੋਵੇ। ਪਰ ਇਹਦਾ ਬੋਡੀ 1 ਵੀ ਸੇਮ ਹੈ, ਬੋਡੀ 2 ਵੀ ਸੇਮ ਹੈ। ਤਾਂ ਮੈਂ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਕਿ ਜਦੋਂ ਜਿਹੜੇ ਵੀ ਟੌਪਿਕ ਦਾ ਬੋਡੀ 1 ਤੇ ਬੋਡੀ 2 ਸੇਮ ਹੋਵੇ, ਉਹਦਾ ਜਿਹੜਾ ਤੁਸੀਂ ਬਣਾਉਣਾ ਹੈਗਾ ਕਨਕਲੂਜਨ, ਨਾਟ ਓਨਲੀ ਬਟ ਆਲਸੋ ਦਾ ਬਣਾ ਲਿਆ ਕਰੋ। ਨਾਟ ਓਨਲੀ ਆਪਾਂ ਨੇ BP1 ਕਹਿਤਾ। ਦੇਖੋ ਮੈਂ ਕਿਹਾ ਜਿਹੜੇ ਬੰਦੇ ਥਰੂ ਆਨਲਾਈਨ ਕਲਾਸ ਕਰਦੇ ਆ ਸਟੱਡੀ, ਔਰ ਪੀਪਲ ਨੋਟ ਓਨਲੀ ਗੈਟ ਕੰਫਰਟੇਬਲ ਟਾਈਮਿੰਗ, ਇਹਦੇ ਨਾਲ ਕੱਲੀ ਕੰਫਰਟੇਬਲ ਟਾਈਮਿੰਗ ਨਹੀਂ ਮਿਲਦੀ, ਬਟ ਆਲਸੋ ਕੈਨ ਸੇਵ देयर ਮਨੀ। ਮਤਲਬ ਨੋਟ ਓਨਲੀ ਬਟ ਆਲਸੋ, ਮਤਲਬ ਕੱਲਾ ਆ ਨਹੀਂ ਆ ਵੀ। ਤਾਂ ਇਹਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਰਾਈਟਿੰਗ ਟਾਸਕ ਆਪਣੇ ਪੂਰਾ, ਇਹ ਕਨਕਲੂਜਨ ਸੀਗਾ। ਇੰਟਰੋਡਕਸ਼ਨ ਤੇ ਕਨਕਲੂਜਨ ਦਾ ਹਾਫ ਹੁੰਦਾ ਹੈ, ਮਤਲਬ ਟੋਟਲ ਕਿੰਨਾ ਹੋ ਗਿਆ? 1। ਬੋਡੀ 1 ਤੇ ਬੋਡੀ 2 ਦਾ 2.5 ਹੋ ਗਿਆ 5, ਟੋਟਲ ਹੋ ਗਏ 6। ਤੇ ਸਭ ਤੋਂ ਚੰਗੀ ਚੀਜ਼ ਆ ਉਰੇ ਦੇਖ ਸਕਦੇ ਹੋ ਤੁਸੀਂ, ਦੇਖੋ ਬਈ ਇਹ ਜੇ ਰਾਈਟਿੰਗ ਟਾਸਕ ਨੂੰ ਤੁਸੀਂ ਆ ਲਓ, ਤੁਹਾਡੇ ਸਾਹਮਣੇ ਆ ਰਾਈਟਿੰਗ ਟਾਸਕ ਹੈਗਾ, ਦੇਖਣਾ ਬਹੁਤ ਔਖਾ ਹੋ ਸਕਦਾ ਹੈਗਾ, ਪਰ ਇੱਕ ਗੱਲ ਦੀ ਗੌਰ ਕਰਿਓ। ਇਹ ਆਪਾਂ ਇਹਨੂੰ ਜੇ ਇਹ ਪੈਰਾਗ੍ਰਾਫ ਮੇਰਾ ਇੰਟਰੋਡਕਸ਼ਨ ਹੈ, ਇਹ 'ਚ ਮੈਂ 2 ਚੀਜ਼ਾਂ ਨੂੰ ਐਡ ਕਰਿਆ ਸੀ ਇੰਟਰੋ ਦੇ ਵਿੱਚ। ਕਿਹੜੀਆਂ? ਰੀਫਰੇਜ਼ ਅਤੇ ਥੀਸਿਸ। ਰੀਫਰੇਜ਼ ਦਾ ਮਤਲਬ ਕੀ ਸੀ? ਜਿਹੜਾ ਉੱਪਰ ਸੀ ਉਹਦਾ ਇੱਕ ਸ਼ਬਦ ਸਿਨੋਨਿਮ ਦਾ ਧਾਰੀ ਗਿਆ। ਥੀਸਿਸ ਦਾ ਮਤਲਬ ਕੀ ਸੀਗਾ? ਇਹ ਪੋਜ਼ਿਟਿਵ ਦੱਸੋ ਜਾਂ ਨੈਗੇਟਿਵ ਦੱਸੋ। ਇੱਕ ਪੈਰਾਗ੍ਰਾਫ ਬਾਈ ਜੀ ਮੈਨੇ ਬਣਾਇਆ, ਬੋਡੀ 1 ਆ ਰਿਹਾ, ਬੋਡੀ 2 ਆ ਰਿਹਾ, ਮਤਲਬ 1 ਤੇ 2, ਇਹਨਾਂ ਦੇ ਦੋਨਾਂ ਦੇ ਕਨੈਕਟਰ ਆਪਸ 'ਚ ਡਿਫਰੈਂਟ ਸੀ। ਇਹ 'ਚ ਵੀ ਚਾਰੇ ਪੁਆਇੰਟ ਸੀਗੇ ਤੇ ਇਹਦੇ 'ਚ ਵੀ ਬਾਈ ਜੀ ਚਾਰੇ ਪੁਆਇੰਟ ਸੀਗੇ। ਤੇ ਰਹੀ ਗੱਲ ਕਨਕਲੂਜਨ ਦੀ, ਇਹ 'ਚ ਮੈਨੇ ਟੂ ਕਨਕਲੂਡ ਆਨਲਾਈਨ ਕਲਾਸ ਦਾ ਨੋਟ ਓਨਲੀ ਸੇਵਿੰਗ ਟਾਈਮ ਬਟ ਆਲਸੋ ਸੇਵਿੰਗ ਮਨੀ ਹੈ। ਮਤਲਬ ਆਪਣੇ 4 ਪੈਰਾਗ੍ਰਾਫ ਬਣੇ,
ਇੰਟਰੋਡਕਸ਼ਨ, ਬੋਡੀ 1, ਬੋਡੀ 2 ਤੇ ਕਨਕਲੂਜਨ। ਤੇ ਇਹ ਗੱਲ ਯਾਦ ਰੱਖਿਓ, ਟਾਸਕ 2 6 ਬੈਂਡ ਦਾ ਆਊਗਾ। ਐਵੇਂ ਪਲੈਨਿੰਗ ਕਰਕੇ ਆਈਓ, ਮੇਰਾ ਪ੍ਰੋਮਿਸ ਹੈ ਇੱਕ ਵੀ ਸਟੂਡੈਂਟ ਫੇਲ ਨਹੀਂ ਹੋਊਗਾ, ਇਹ ਮੈਂ ਗਾਰੰਟੀ ਦੇਣਾ। ਦਿਸ ਇਜ਼ ਕਾਲਡ ਦਾ ਬੈਸਟ ਵੇ ਟੂ ਰਾਈਟ ਟਾਸਕ 2, ਚਾਹੇ ਐਕੈਡੈਮਿਕ ਦਾ ਸਟੂਡੈਂਟ ਹੋਵੇ ਚਾਹੇ ਜਰਨਲ ਦਾ, ਸਭ ਤੋਂ ਚੰਗਾ ਤਰੀਕਾ ਹੈ। ਤੇ ਇਹ ਕੁਝ ਕੁ ਇੰਸਟਰਕਸ਼ਨ ਦੇ ਦੇਣਾ। ਆ ਲਾਈਟ ਔਨ ਕਰ ਲਓ ਸੋਨੀ, ਇਧਰੋਂ ਹੋ ਗਿਆ। ਮੈਂ ਜੇ ਇੰਸਟਰਕਸ਼ਨ ਦੀ ਗੱਲ ਕਰਦਾ, ਸਭ ਤੋਂ ਪਹਿਲੀ ਚੀਜ਼ ਆ, ਬਹੁਤ ਜ਼ਿਆਦਾ ਟਫ ਵੋਕੈਬਲਰੀ ਦੇ ਪਿੱਛੇ ਨਾ ਜਾਈਓ। ਪਹਿਲੀ ਚੀਜ਼ ਆ, ਬਹੁਤ ਬੱਚਿਆਂ ਨੂੰ ਹੁੰਦਾ ਹੈ ਕਿ ਬਹੁਤ ਸਰ ਬੜੇ ਟਫ ਵੋਕੈਬਲਰੀ, ਨਾ। ਸਟਰਕਚਰ ਸਹੀ ਹੋਊਗਾ, ਟੌਪਿਕ ਦੇ ਜੋ ਰਿਲੇਟਡ ਗੱਲਾਂ ਹੋਣਗੀਆਂ। ਤੇ ਇੱਕ ਬੇਨਤੀ ਇਹ ਆ ਕਿ ਟਰਾਈ ਕਰਿਓ ਕਿ ਹਰੇਕ ਵਾਰ ਵਰਡ ਦਾ ਸਿਨੋਨਿਮ ਨਵਾਂ ਆਉਂਦਾ ਹੋਵੇ, ਨਹੀਂ ਇਹਨੂੰ ਰੈਪੀਟੀਸ਼ਨ ਕਹਿੰਦੇ ਨੇ, ਵਾਰ-ਵਾਰ ਇੱਕੋ ਸ਼ਬਦ ਨੂੰ ਲਿਖੀ ਜਾਣਾ। ਗ੍ਰਾਮਰ ਸਹੀ ਹੋਊਗੀ। ਤੇ ਜੇ ਕੋਈ ਬੱਚਾ ਕਹਿੰਦੇ ਹੁੰਦੇ ਸੋਨੇ ਦੇ ਸੁਹਾਗਾ ਬਣਾਉਣਾ ਚਾਹੁੰਦਾ ਹੈਗਾ, ਤਾਂ ਚੰਗੀ ਗੱਲ ਇਹ ਹੋਊਗੀ ਕਿ ਐਕਟਿਵ ਤੋਂ ਪੈਸਿਵ ਦੀ ਜਿਹੜੀ ਲਾਈਨ ਹੁੰਦੀ ਹੈ, ਪੂਰੇ ਟੌਪਿਕ ਦੇ ਵਿੱਚ 1 ਜਾਂ 2 ਲਾਈਨਾਂ ਪੈਸਿਵ ਦੀਆਂ ਕਿਤੇ ਐਡ ਕਰਦੀ ਹੋ, ਤੁਸੀਂ ਫੇਲ ਨਹੀਂ ਹੁੰਦੇ ਹੈਗੇ। ਜੇ ਮੈਂ ਇਹ 'ਚ ਵੀ ਇੱਕ ਹੋਰ ਲਿਖਿਆ ਨਾ, ਆਨਲਾਈਨ ਕਲਾਸ ਦੇ ਨਾਲ ਮਨੀ ਕੈਨ ਬੀ ਸੇਵਡ ਬਾਈ ਦਾ ਸਟੂਡੈਂਟ, ਤਾਂ ਇਹ ਵੀ ਕੀ ਹੈ, ਇਹ ਪੈਸਿਵ ਹੈ। ਤਾਂ ਸਭ ਤੋਂ ਚੰਗੀ ਗੱਲ ਹੈ, ਜੇ ਕਿਸੇ ਸਟੂਡੈਂਟ ਨੂੰ ਪੈਸਿਵ ਬਣਾਉਣਾ ਆਉਂਦਾ ਹੈਗਾ, ਉਹ ਰਾਈਟਿੰਗ ਟਾਸਕ 'ਚੋਂ ਕਦੇ ਫੇਲ ਨਹੀਂ ਹੁੰਦਾ। ਤੇ ਸਭ ਤੋਂ ਵਧੀਆ ਚੀਜ਼, ਨਾ ਟਫ ਵੋਕੈਬਲਰੀ, ਸਟਰਕਚਰ ਸਹੀ ਹੋਣਾ ਚਾਹੀਦਾ ਹੈਗਾ। ਜੇ ਤਰੀਕੇ ਨਾਲ ਚੱਲੋਗੇ ਤਾਂ 100% ਤੁਹਾਡਾ ਸਕੋਰ ਆਊਗਾ। ਬਾਰ-ਬਾਰ ਕਟਿੰਗ ਨਾ ਕਰਿਓ, ਰਾਈਟਿੰਗ ਉੱਥੇ ਸਾਫ਼ ਕਰਿਓ। ਤੇ ਇਹੀ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਨੇ। ਐਗਜ਼ਾਮੀਨਰ ਕਈ ਵਾਰ ਇਹ ਹੁੰਦਾ ਨਾ, ਜਿਹੜੀ ਚੀਜ਼ ਅੱਖਾਂ ਨੂੰ ਦੇਖਣ 'ਚ ਵਧੀਆ ਲੱਗੇ, ਮਾੜੀ ਮੋਟੀ ਗਲਤੀ ਚਲਾ ਲੈਂਦਾ ਹੁੰਦਾ ਅਗਲਾ, ਜੇ ਰਾਈਟਿੰਗ ਕੀ ਚਿਮੀ ਚੇਂਜ ਕਰਤੀਆਂ, ਤੇ ਫਿਰ ਬਾਈ ਜੀ ਔਖਾ ਹੀ ਹੈ ਨਾ। ਤਾਂ ਰਾਈਟਿੰਗ ਸਾਫ਼ ਕਰਿਓ ਤਾਂ ਤੁਹਾਡਾ ਸਕੋਰ ਬਹੁਤ ਚੰਗਾ ਹੋਊਗਾ। ਦੈਟਸ ਇਟ। ਜੇ ਵੀਡੀਓ ਚੰਗਾ ਲੱਗਿਆ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ, ਮਾੜਾ ਵੀ ਲੱਗਿਆ ਹੋਵੇ ਤਾਂ ਵੀ ਕਮੈਂਟ ਜ਼ਰੂਰ ਕਰਿਓ, ਪਰ ਇਸ ਤਰੀਕੇ ਨਾਲ ਫੋਲੋ ਕਰਿਓ, 100% ਤੁਹਾਡਾ ਸਕੋਰ ਬਹੁਤ ਚੰਗਾ ਹੋਊਗਾ। ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮਚ, ਲਵ ਯੂ, ਬਣੇ ਰਹੋ ਰਮਨ ਆਇਲਸ।